प्यार भरी सत श्री अकाल जी। सारिਆਂ ਨੂੰ प्रेम भरी नमस्कार ਸੋਮਦੱਤ ਰੰਦੇ ਵੱਲੋਂ। लॉकडाउन वध गया जी ਤੇ लॉकडाउन ਦੇ ਨਾਲ ਜਿਹੜੇ ਸਾਨੂੰ ਪ੍ਰਸ਼ਨ ਮਿਲਦੇ ਸੀਗੇ, ਪਹਿਲਾ ਪ੍ਰਸ਼ਨ ਇਦਾਂ ਦੇ ਸੀਗੇ ਕਿ ਇੱਕ ਇੰਡੀਪੈਂਡੈਂਟ ਇੰਡੀਵਿਜੂਅਲ ਲਾਈਫ ਬਾਰੇ ਜ਼ਿਆਦਾ ਮਿਲਦੇ ਸੀ। ਹੁਣ ਉਹਨਾਂ ਪ੍ਰਸ਼ਨਾਂ ਤੋਂ ਆਨਸਰਾਂ ਤੋਂ ਤਾਂ ਸਾਰੇ ਖੁਸ਼ ਨੇ, ਪਰ ਜਿੰਨੇ ਵੀ ਰੰਦੇਵ ਸਾਹਿਬ ਜਿਹੜੇ ਪ੍ਰਸ਼ਨ ਨੇ ਉਹ ਤਾਂ ਕਿਤੇ ਨਾ ਕਿਤੇ ਲਿੰਕ लॉकडाउन ਨਾਲ ਜੁੜਦਾ ਜਾ ਰਿਹਾ। ਪਹਿਲਾਂ ਕੋਈ ਕੈਰੀਅਰ ਬਾਰੇ ਪੁੱਛਦਾ ਸੀ, ਹੁਣ ਉਹ ਪੁੱਛਦਾ ਪਿਆ ਕਿ ਹੁਣ ਮੇਰਾ ਕੈਰੀਅਰ ਇਦਾਂ ਦਾ। ਕੋਈ ਹੈਲਥ ਬਾਰੇ ਪੁੱਛਦਾ ਸੀ ਤਾਂ ਹੁਣ ਉਹਨੂੰ ਇਹ ਫਿਕਰ ਲੱਗਣ ਲੱਗ ਪਿਆ ਕਿ ਇਹਨਾਂ ਦਿਨਾਂ 'ਚ ਮੇਰੀ ਹੈਲਥ ਜਿਹੜੀ ਆ ਕਿੱਦਾਂ ਰਹੂਗੀ। ਅਲੱਗ-ਅਲੱਗ ਤਰ੍ਹਾਂ ਦੇ ਕੁਐਸਚਨਸ ਨੇ, ਡਿਫਰੈਂਟ ਕੁਐਸਚਨਸ ਨੇ, ਲੇਕਿਨ ਜਿੰਨਾ 3 ਦਿਨਾਂ 'ਚ ਮੈਂ ਕੁਐਸਚਨਸ ਪੜ੍ਹੇ ਨੇ ਉਹ ਸਾਰਿਆਂ ਦਾ ਕੇਂਦਰ ਬਿੰਦੂ ਲੌਕਡਾਊਨ ਜਾਂ ਕਰੋਨਾ ਵਾਇਰਸ ਜਾਂ ਇਹ ਜਿਹੜੀ ਅਵਸਥਾ ਬਣ ਗਈ। ਕਰੋਨਾ ਵਾਇਰਸ ਦੇ ਵੀ ਕੁਐਸਚਨ ਪੁੱਛੇ ਨੇ, ਪਰ ਮੈਨੂੰ ਨਹੀਂ ਲੱਗਦਾ ਕਿ ਅਸੀਂ ਸਮਝਦਾਰ ਹਾਂ ਜਾਂ ਲੋਕਾਂ ਨੂੰ ਗਾਈਡ ਕਰ ਸਕੀਏ। ਮੀਡੀਆ ਨੇ ਨੌਲੇਜ ਸਭ ਨੂੰ ਬਹੁਤ ਜ਼ਿਆਦਾ ਦੇ ਦਿੱਤੀ ਆ, ਅਸੀਂ ਵੀ ਉੱਥੋਂ ਹੀ ਗਾਈਡੈਂਸ ਲੈ ਰਹੇ ਹਾਂ। ਜੋਤਿਸ਼ ਕੀ ਕਹਿੰਦਾ ਇਹਦੇ ਬਾਰੇ 5 ਮਿੰਟ ਦੀ ਗੱਲ ਆਪਾਂ ਜ਼ਰੂਰ ਕਰਾਂਗੇ। ਲੇਕਿਨ ਇੱਕ ਕੁਐਸਚਨਸ ਜਿਹੜਾ ਸਾਰੇ ਪ੍ਰਸ਼ਨਾਂ ਤੋਂ, ਚਾਹੇ ਉਹ ਹੈਲਥ ਆ ਚਾਹੇ ਉਹ ਕੈਰੀਅਰ ਆ, ਸਭ ਤੋਂ ਇੰਪੋਰਟੈਂਟ ਮੈਨੂੰ ਲੱਗਾ ਉਹ ਹੈ ਕਿ ਜਿਨ੍ਹਾਂ ਨੇ ਆਪਣਾ ਮਕਾਨ ਬਣਾਉਣਾ ਸੀ ਇਹਨਾਂ ਦਿਨਾਂ 'ਚ, ਜਾਂ ਜਿਹੜੇ ਮਕਾਨ ਬਣਾਉਂਦੇ ਸੀ ਉਸ ਮਕਾਨ ਨਾਲ ਉਹਨਾਂ ਦੀਆਂ ਕੈਰੀਅਰ ਸ਼ਿਫਟਿੰਗ, ਬੱਚਿਆਂ ਦਾ ਫਿਊਚਰ, ਬੱਚਿਆਂ ਦਾ ਕੈਰੀਅਰ, ਉਹਨਾਂ ਦੀ ਸੈਟਲਮੈਂਟ ਜੁੜੀ ਹੋਈ ਸੀ। ਮੈਂ ਕਿਉਂ ਇਹ ਸਾਰੇ ਕੁਐਸਚਨ ਪੁੱਛੇ ਆ ਕਿ ਮੇਰੇ ਕੋਲ ਪ੍ਰਸ਼ਨ ਜਦੋਂ ਇਦਾਂ ਦੇ ਆਏ ਨੇ ਤੇ ਮੈਂ ਇਹਨੂੰ ਅੱਜ ਇਹ ਡਿਸਾਈਡ ਕੀਤਾ ਸੀਗਾ ਵੀ ਪਿੱਛੇ ਵੀ ਜਦੋਂ ਮਕਾਨਾਂ ਵਾਲੇ ਪ੍ਰਸ਼ਨ ਆਉਂਦੇ ਸੀ ਤਾਂ ਮੈਨੂੰ ਲੱਗਾ ਸੀ ਮੈਂ ਵਾਸਤੂ ਤੇ ਆਧਾਰਿਤ ਗੱਲ ਕਰੂੰਗਾ, ਪਰ ਅੱਜ ਮਨ ਇਹ ਕੀਤਾ ਕਿ ਜਿੰਨੇ ਮਕਾਨ ਨਾਲ ਰਿਲੇਟਡ ਨੇ ਕੁਐਸਚਨਸ ਨੇ, ਸਰਦਾਰ ਮਨਵੀਰ ਸਿੰਘ ਨੇ GND 'ਚ ਲੈਕਚਰਰ ਨੇ, ਉਹ ਕਹਿੰਦੇ ਮੈਂ ਪ੍ਰੀ ਰਿਟਾਇਰਮੈਂਟ ਜਿਹੜੀ ਉਹ ਲੈਣ ਲੱਗਾ ਆ, ਬਹੁਤ ਸੀਨੀਅਰ ਨੇ ਲੈਕਚਰਰ ਸਾਹਿਬ ਨੂੰ ਤਾਂ ਹਮੇਸ਼ਾ ਹੀ ਪ੍ਰਣਾਮ ਆ ਸਾਡੇ ਵੱਲੋਂ। ਉਹ ਕਹਿੰਦੇ ਨੇ ਕਿ ਉਹ ਇੰਨੇ ਜ਼ਿਆਦਾ ਨੌਲੇਜ ਰੱਖਦੇ ਆ, ਕਹਿੰਦੇ ਮੈਂ ਕੁੰਡਲੀ ਤੇ ਬਹੁਤਾ ਭਰੋਸਾ ਨਹੀਂ ਕਰਦਾ, ਲੇਕਿਨ ਕੰਪਿਊਟਰ ਦਾ ਯੁੱਗ ਆ ਤੇ ਮੈਂ ਕੁੰਡਲੀ ਵੀ ਤੁਹਾਨੂੰ ਨਾਲ ਹੀ ਫੋਟੋ ਖਿੱਚ ਕੇ ਉਹਨਾਂ ਨੇ ਭੇਜਤੀ ਆ, ਦੇਖੋ ਕਾਪੀ। ਤੇ ਉਹਨਾਂ ਦਾ ਪ੍ਰਸ਼ਨ ਸੀਗਾ ਕਿ ਮੈਂ ਰਿਟਾਇਰਮੈਂਟ ਲੈ ਕੇ ਇਹ ਸੋਚਿਆ ਸੀਗਾ ਕਿ 31 ਮਾਰਚ ਨੂੰ ਪ੍ਰੀ ਰਿਟਾਇਰਮੈਂਟ ਲੈ ਲੈਣੀ ਆ। ਇਹ ਮੇਰੀ ਕੁੰਡਲੀ ਹੈ, ਗ੍ਰਹਿ ਨੇ, ਤੇ ਮੇਰੀਆਂ ਸਾਰੀਆਂ ਪਲੈਨਿੰਗ ਰੁਕ ਗਈਆਂ ਕਿਉਂਕਿ ਮੈਂ ਆਪਣਾ ਮਕਾਨ ਅਪ੍ਰੈਲ 'ਚ ਬਣਾਉਣਾ ਸਟਾਰਟ ਕਰਨਾ ਸੀ। ਮੈਂ ਐਕਸਟੈਂਸ਼ਨ ਲੈ ਲਈ 2 ਮਹੀਨੇ ਦੀ। ਮੇਰੀ ਬੇਟੀ ਨੇ ਆ ਕੇ ਇੱਥੇ ਰਹਿਣਾ ਸੀਗਾ, ਉਹਨੂੰ ਮੈਂ ਇੱਥੇ ਸ਼ਿਫਟ ਕਰਨ ਲਈ ਅਸੀਂ ਅੰਮ੍ਰਿਤਸਰ ਜੌਬ ਲੱਭਣੀ ਸੀ। ਮੇਰੀਆਂ ਸਾਰੀਆਂ ਪਲੈਨਿੰਗ ਜਿਹੜੀਆਂ ਨੇ ਹੋ ਗਈਆਂ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ, ਜਿਹੜਾ ਇਸ ਮਾਹੌਲ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ, ਉਹ ਪ੍ਰੋਬਲਮ ਤਾਂ ਹੈ ਹੀ ਆ ਜਿਹੜਾ ਇਹਦੇ ਕਰਕੇ ਸਟ੍ਰੈਸ ਪੈਂਦਾ, ਅਨਸਰਟਨਟੀ, ਕਿ ਪਤਾ ਨਹੀਂ ਅੱਗੇ ਕੀ ਹੋਣਾ, ਇਹ ਪ੍ਰੋਬਲਮ ਨੂੰ ਕਿਤੇ ਡਬਲ ਟ੍ਰਿਪਲ ਕਰ ਦਿੰਦਾ ਪਿਆ। ਸੋ ਉਹ ਕਹਿੰਦੇ ਕਿ ਮੈਨੂੰ ਪਤਾ ਹੀ ਨਹੀਂ ਲੱਗਦਾ ਪਿਆ ਕਿ ਮੈਂ ਹੁਣ ਯੂਨੀਵਰਸਿਟੀ ਦੇ ਅੰਦਰ ਹੀ ਫਲੈਟ ਲੈ ਲਾਂ ਜਿਹੜੇ ਬੰਦੇ ਪਏ ਨੇ, ਜਾਂ ਬਾਹਰ ਲੈ ਲਾਂ, ਕਲੋਨੀ 'ਚ ਲੈ ਲਾਂ, ਮੈਂ ਮਕਾਨ ਬਣਾਵਾਂ। ਮੈਨੂੰ ਕਿਤੇ ਲੱਗਣ ਲੱਗ ਪੈਂਦਾ, ਮੇਰਾ ਮਨ ਦਾ ਸੁਪਨਾ ਸੀ ਮੈਂ ਆਪਣਾ ਮਕਾਨ ਬਣਾਵਾਂ। ਮੈਨੂੰ 2-3 ਉਹਨਾਂ ਦੇ ਹਿੰਦੀ ਦੇ ਕਹਿੰਦੇ ਜਿਹੜੇ ਮੇਰੇ ਲੈਕਚਰਰ ਨੇ, ਉਹ ਜੋਤਿਸ਼ ਨੂੰ ਜਾਣਦੇ ਨੇ, ਉਹਨਾਂ ਨੇ ਮੈਨੂੰ ਕੁਝ ਗਾਈਡ ਕੀਤਾ ਆ। ਸੋ ਕਹਿੰਦੇ ਪਹਿਲਾਂ ਤਾਂ ਮੈਨੂੰ ਇਹ ਗਾਈਡ ਕਰੋ ਕਿ ਮੈਂ ਕਰਾਂ ਕੀ। ਮੈਂ ਰੈਡੀਮੇਡ ਮਤਲਬ ਬਣਿਆ ਬਣਾਇਆ ਮਕਾਨ ਜਿਹੜਾ ਲੈ ਲਾਂ, ਉਹਦੇ ਬਾਰੇ ਉਹਨੂੰ ਕਹਿੰਦੇ ਮੈਨੂੰ ਡਾਊਟ ਸੀ, ਵਾਈਫ ਨੂੰ ਡਾਊਟ ਆ ਕਿ ਕਿੱਦਾਂ ਦਾ ਕਰਨਾ। ਸੋ ਕੁੰਡਲੀ ਇਹਦੇ ਬਾਰੇ ਕੀ ਕਹਿੰਦੀ ਆ, ਪਹਿਲਾਂ ਤਾਂ ਆਪਾਂ ਇਹ ਪ੍ਰਸ਼ਨ ਅੱਜ ਦਾ ਸਟਾਰਟਿੰਗ ਜਿਹੜੀ ਆਪਾਂ ਇਹ ਕਰੀਏ। ਹਾਂਜੀ ਚੌਹਾਨ ਸਾਹਿਬ, ਜ਼ਿੰਦਗੀ ਦੀਆਂ ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਹੈ, ਰੋਟੀ, ਕੱਪੜਾ ਔਰ ਮਕਾਨ। ਤਿੰਨ ਮਕਾਨ ਹੀ ਇੱਕ ਇਦਾਂ ਦੀ ਚੀਜ਼ ਹੈ ਜਿਹਦੇ ਬਾਰੇ ਇਨਸਾਨ ਸਭ ਤੋਂ ਜ਼ਿਆਦਾ ਸੁਪਨੇ ਸੋਚਦਾ ਹੈ, ਕਿਉਂਕਿ ਇੱਕ ਮਕਾਨ ਉਹਦੀਆਂ ਜ਼ਰੂਰਤਾਂ ਤੇ ਇੱਛਾਵਾਂ ਸਾਰੀਆਂ ਮਕਾਨ ਤੇ ਡਿਪੈਂਡ ਕੰਬੀਨੇਸ਼ਨ ਹੁੰਦਾ। ਔਰ ਹਮੇਸ਼ਾ ਇਹਨਾਂ ਦਾ ਜਿਹੜਾ ਬਜਟ ਹੈ, ਜੇ ਮਕਾਨ ਲੈ ਕੇ ਬਣਾਉਂਦਾ ਹੈ ਜਾਂ ਬਣਿਆ ਬਣਾਇਆ ਮਕਾਨ ਲੈਂਦਾ ਹੈ, ਤੇ ਉਹਦੀਆਂ ਜਿਹੜਾ ਬਜਟ ਹੈ ਉਹ ਬਿਯੋਂਡ ਦਾ ਪੁਆਇੰਟ ਵੀ ਚਲੇ ਜਾਂਦਾ, ਕਿਉਂਕਿ ਉਹ ਇਹੀ ਸੋਚਦਾ ਕਿ ਮੈਂ ਭਾਈ ਇੱਕੋ ਹੀ ਵਾਰੀ ਇਹ ਚੀਜ਼ ਬਣਾਉਣੀ ਹੈ। ਠੀਕ ਹੈ ਜੀ। ਹੁਣ ਆਪਾਂ ਆਨੇ ਗੱਲ ਕਰਦੇ ਜੀ ਮਨਵੀਰ ਜੀ ਦੀ, ਜਿਹੜਾ ਆਪਾਂ ਮਕਾਨ ਲੈਣ ਬਾਰੇ ਜਾਂ ਪਲਾਟ ਖਰੀਦਣ ਬਾਰੇ ਕੋਈ ਵੀ ਚੀਜ਼ ਦੇਖਦੇ, ਕਿਉਂਕਿ ਮਕਾਨ ਇੱਕ ਸ਼ਨੀ ਦਾ ਕਾਰਕ ਹੈ, ਸ਼ਨੀ ਦੀ ਚੀਜ਼ ਹੈ, ਔਰ ਇਸ ਕਰਕੇ ਆਪਾਂ ਇਹ ਦੇਖਦੇ ਹਾਂ ਕਿ ਉਹ ਸ਼ਨੀ ਹੁੰਦੇ ਮਕਾਨ ਲੈਣਾ ਸ਼ਨੀ ਗ੍ਰਹਿ ਦੇ ਅੰਡਰ ਆਉਂਦਾ ਹੈ, ਪ੍ਰਭਾਵਿਤ ਸ਼ਨੀ ਗ੍ਰਹਿ ਨੂੰ ਪ੍ਰਭਾਵਿਤ ਕਰਦਾ ਹੈ। ਔਰ ਆਪਾਂ ਉਹਦੀ ਪੋਜੀਸ਼ਨ ਤੋਂ ਹੀ ਦੇਖਦੇ ਹਾਂ ਕਿ ਕੀ ਬੰਦੇ ਨੂੰ ਮਕਾਨ ਬਣਿਆ ਬਣਾਇਆ ਲੈਣਾ ਚਾਹੀਦਾ, ਇਹਨਾਂ ਦੀ ਕੀ ਕਹਿੰਦੀ, ਆਪਾਂ ਨੂੰ ਪਲਾਟ ਲੈਣਾ ਚਾਹੀਦਾ। ਹੁਣ ਗੱਲ ਕਰਦੇ ਜੀ ਆਪਾਂ ਮਨਵੀਰ ਸਿੰਘ ਜੀ ਦੀ, ਕਿ ਇਹਨਾਂ ਦੀ ਕੁੰਡਲੀ ਜਿਹੜੀ ਮੇਰੇ ਕੋਲ ਆਈ ਹੈ, ਇਹਨਾਂ ਦੇ ਮੁਤਾਬਕ ਇਹਨਾਂ ਦਾ ਜਿਹੜਾ ਸ਼ਨੀ ਹੈਗਾ 9ਵੇਂ ਘਰ ਦਾ ਹੈ, ਔਰ 9ਵੇਂ ਘਰ ਦੇ ਵਿੱਚ ਹੀ ਬੈਠਾ ਹੋਇਆ ਹੈ, ਕਰਮਾਂ ਦਾ ਘਰ ਹੈਗਾ ਆ। ਔਰ 9ਵੇਂ ਘਰ ਦੇ ਮੁਤਾਬਕ ਇਹਨਾਂ ਨੂੰ ਆਪਣਾ ਜਿਹੜਾ ਹੈਗਾ ਘਰ ਪਲਾਟ ਲੈ ਕੇ ਹੀ ਬਣਾਉਣਾ ਚਾਹੀਦਾ ਹੈ। ਮਤਲਬ ਮਨਵੀਰ ਜੀ ਤੁਹਾਨੂੰ ਕੰਸਟਰਕਸ਼ਨ ਕਰਨੀ ਚਾਹੀਦੀ ਆ, ਤੁਹਾਨੂੰ ਰੈਡੀਮੇਡ ਨਹੀਂ ਲੈਣਾ ਚਾਹੀਦਾ। ਲੇਕਿਨ ਕਿਉਂਕਿ ਤੁਸੀਂ ਦੱਸਿਆ ਜੀ ਰਿਟਾਇਰਮੈਂਟ ਹੋਇਆ, ਬੱਚੇ ਵੀ ਸੈੱਟ ਹੋ ਗਏ ਹੋਣੇ ਆ, ਹੋ ਸਕਦਾ ਇਹਨਾਂ ਵਿੱਚੋਂ ਕੋਈ ਵਿਆਹਿਆ ਵੀ ਗਿਆ ਹੋਵੇ। ਤੋ ਸੋ ਮਨਵੀਰ ਜੀ ਇਸ ਚੀਜ਼ ਦਾ ਧਿਆਨ ਰੱਖਣਾ ਕਿ ਜੇ ਘਰ ਦੇ ਵਿੱਚ ਕੋਈ ਗਰਭਵਤੀ ਜਾਂ ਪ੍ਰੈਗਨੈਂਟ ਲੇਡੀ ਹੈ
ਤੇ ਉਹਨਾਂ ਦੀ ਡਿਲੀਵਰੀ ਤੋਂ ਬਾਅਦ ਹੀ ਮਕਾਨ ਉਸਾਰੀ ਦਾ ਕੰਮ ਸ਼ੁਰੂ ਕਰੇ। ਮੈਨੂੰ ਲੱਗਦਾ ਕਿ ਪਤਾ ਨਹੀਂ ਮਨਵੀਰ ਜੀ ਨੂੰ ਅਨਸਰਟਨ ਹੀ ਹੋ ਗਿਆ ਹੋਣਾ ਕਿ ਇਹਨਾਂ ਨੂੰ ਤਾਂ ਅਗਲੇ 2-3 ਮਹੀਨੇ 'ਚ ਹੀ ਡਿਸੀਜਨਸ ਲੈਣਾ ਪੈਣਾ। ਚਲੋ ਅਸੀਂ ਇਹ ਹੋਪ ਕਰਦੇ ਹਾਂ ਮਨਵੀਰ ਜੀ ਕਿ ਜੋਤਿਸ਼ ਸ਼ਾਸਤਰ ਤਾਂ ਇਹ ਕਹਿੰਦਾ, ਤੇ ਜੇ ਉਹ ਕਹਿੰਦਾ ਤੇ ਇਟ ਮੀਨਸ ਕਿ ਇਹ ਲੋਕਡਾਊਨ ਬਹੁਤ ਜਲਦੀ ਖਤਮ ਹੋਊਗਾ ਤੇ ਤੁਸੀਂ ਬਹੁਤ ਜਲਦੀ ਇਸ ਕੰਡੀਸ਼ਨ 'ਚ ਹੋਵੋਗੇ ਕਿ ਤੁਸੀਂ ਆਪਣਾ ਮਕਾਨ ਜਿਹੜਾ ਆ ਬਣਵਾ ਸਕੋ। ਮੈਂ ਅੱਜ ਬਹੁਤ ਸਾਰੇ ਪ੍ਰਸ਼ਨ ਮਕਾਨ ਨਾਲ ਰਿਲੇਟਡ ਲਏ ਨੇ ਜਿਹੜੇ ਸਾਡੇ ਕੋਲ ਜਾਣਨਾ ਚਾਹੁੰਦੇ ਨੇ ਕਿ ਸਿਰਫ ਸ਼ਨੀ ਗ੍ਰਹਿ ਹੀ ਇਹ ਦੱਸਦਾ ਕਿ ਮਕਾਨ ਬਣਾਉਣਾ ਨਹੀਂ ਚਾਹੀਦਾ। ਬਿਲਕੁਲ ਜੀ, ਸ਼ਨੀ ਗ੍ਰਹਿ ਹੀ ਦੱਸਦਾ ਕਿ ਸਾਨੂੰ ਮਕਾਨ ਬਣਾਉਣਾ ਚਾਹੀਦਾ ਜਾਂ ਨਹੀਂ ਮਕਾਨ ਬਣਾਉਣਾ ਚਾਹੀਦਾ ਜਾਂ ਮਕਾਨ ਨਹੀਂ ਬਣਾਉਣਾ ਚਾਹੀਦਾ। ਸਾਨੂੰ ਆਪ ਨਹੀਂ ਬਣਾਉਣਾ ਚਾਹੀਦਾ, ਸਾਨੂੰ ਆਪਣੇ ਕਿਸੇ ਬੇਟੀ ਜਾਂ ਬੱਚੇ ਦੇ ਨਾਂ ਤੇ ਵੋਟੀ ਦੇ ਨਾਂ ਤੇ ਕੁੰਡਲੀ 'ਚ ਜਿਸ ਘਰ 'ਚ ਸ਼ਨੀ ਬੈਠਾ ਸ਼ਨੀ ਆਇਆ ਉਹਦੇ ਮੁਤਾਬਕ ਹੀ ਆਪਾਂ ਨੂੰ ਦੇਖ ਕੇ ਉਹਨਾਂ ਉੱਤੇ ਕਿਹੜੇ ਗ੍ਰਹਿਾਂ ਦਾ ਪ੍ਰਭਾਵ ਪੈਂਦਾ ਹੈਗਾ, ਉਹਨਾਂ ਵਿੱਚ ਬ੍ਰਹਸਪਤੀ ਦਾ ਅਗਰ ਬਿਨਾਂ ਕਿਸੇ ਕੰਪਲਿਕੇਸ਼ਨ 'ਚ ਪਏ ਬਿਨਾਂ ਆਪਾਂ ਇੱਕ ਲੇਮੈਨ ਲਈ ਰਫ ਮੈਨ ਲਈ ਸਮਝਣਾ ਹੋਵੇ ਕਿ ਕਿਹਨੂੰ ਬਣਾਉਣਾ ਚਾਹੀਦਾ ਜੀ। ਮਕਾਨ ਹਮੇਸ਼ਾ ਉਹਨੂੰ ਹੀ ਬਣਾਉਣਾ ਚਾਹੀਦਾ ਜਿੰਦੀ ਜਿਹੜੀ ਸ਼ਨੀ ਦੀ ਜਿਹੜੀ ਦਸ਼ਾ ਹੈ, ਜਿਹੜਾ ਘਰ ਹੈ ਉਹਦਾ ਦੂਜੇ ਤੀਜੇ 6ਵੇਂ ਘਰ ਦੇ ਵਿੱਚ ਹੋਵੇ ਜਾਂ ਅਗਰ ਸ਼ਨੀ ਦੂਜੇ ਤੀਜੇ 9ਵੇਂ ਘਰ 'ਚ ਹੁੰਦਾ, ਦੂਜੇ ਤੀਜੇ 6ਵੇਂ ਤੇ 9ਵੇਂ ਘਰ 'ਚ ਹੁੰਦਾ ਤੇ ਇਦਾਂ ਦੇ ਬੰਦੇ ਨੂੰ ਜਿਹੜਾ ਹੈਗਾ ਆ ਪਲਾਟ ਲੈ ਕੇ ਹੀ ਬਣਾਉਣਾ ਚਾਹੀਦਾ। ਕਿਹਨਾਂ ਨੂੰ ਨਹੀਂ ਬਣਾਉਣਾ ਚਾਹੀਦਾ ਤੇ ਜਿਨ੍ਹਾਂ ਨੂੰ ਕਈਆਂ ਨੂੰ ਬਣਿਆ ਬਣਾਇਆ ਲੈਣਾ। ਮੈਂ ਦੱਸਦਾ ਇਹ ਪ੍ਰਸ਼ਨ ਕਿਉਂ ਪੁੱਛਿਆ ਮੈਂ ਅੱਗੇ ਵਿੱਚ ਤੇ ਜਿਨ੍ਹਾਂ ਦਾ ਸ਼ਨੀ ਗ੍ਰਹਿ 8ਵੇਂ ਘਰ 'ਚ ਹੈ ਤੇ ਉਹਨਾਂ ਨੂੰ ਬਣਿਆ ਬਣਾਇਆ ਹੀ ਮਕਾਨ ਲੈਣਾ ਚਾਹੀਦਾ। ਓਕੇ। ਔਰ ਜਿਨ੍ਹਾਂ ਦਾ ਘਰ ਸ਼ਨੀ ਗ੍ਰਹਿ 5ਵੇਂ ਘਰ 'ਚ ਹੈਗਾ ਹੈ ਉਹਨਾਂ ਨੂੰ ਵੀ ਆਪਣਾ ਮਕਾਨ ਨਹੀਂ ਬਣਾਉਣਾ। ਮਤਲਬ ਗ੍ਰਹਿ ਸਿਰਫ ਸ਼ਨੀ ਹੀ ਦੇਖਣਾ, ਹੋਰ ਨਹੀਂ ਕੋਈ ਦੇਖਣਾ ਹੈ। ਸ਼ਨੀ ਗ੍ਰਹਿ ਤੋਂ ਇਲਾਵਾ ਮਕਾਨ ਦਾ ਕੋਈ ਕਾਰਨ ਨਹੀਂ ਹੈ। ਹਾਂ, ਬਾਕੀ ਗ੍ਰਹਿਾਂ ਦਾ ਇਹਨਾਂ ਉੱਤੇ ਪ੍ਰਭਾਵ ਪੈ ਸਕਦਾ, ਜਿੱਦਾਂ ਆਪਾਂ ਬ੍ਰਹਸਪਤੀ ਦਾ ਪ੍ਰਭਾਵ ਵੀ ਦੇਖ ਲੈਂਦੇ ਆ, ਰਾਹੂ ਦਾ ਪ੍ਰਭਾਵ ਵੀ ਉੱਤੇ ਦੇਖ ਲੈਂਦੇ ਆ। ਇਹ ਉਸ ਦੇ ਮੁਤਾਬਕ ਡਿਸੀਜਨ ਲਈਦਾ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ। ਹਾਂ, ਹੁਣ ਇਹ ਸਤਵੀਰ ਜੀ ਨੇ, ਇਹਨਾਂ ਨੇ ਬਹੁਤ ਲਾਗੇ ਹੀ ਆ, ਸਾਡੇ ਲਾਂਬੜੇ ਦੇ ਕੋਲ ਹੀ ਰਹਿੰਦੇ ਆ। ਉਹ ਕਹਿੰਦੇ ਮੇਰੇ ਚਲੋ ਇਹ ਚਾਚੇ ਦਾ ਮੁੰਡਾ ਛੱਡ ਦਿੰਦੇ ਇਹਨਾਂ ਦਾ। ਉਹ ਕਹਿੰਦੇ ਕਿ ਅਸੀਂ ਮਕਾਨ ਜਿਹੜਾ ਆ ਬਣਾ ਲਿਆ ਆ, ਲੇਕਿਨ ਅਜੇ ਮਕਾਨ ਦੇ ਵਿੱਚ ਅਸੀਂ ਸ਼ਿਫਟ ਨਹੀਂ ਕੀਤਾ ਕਿਉਂਕਿ ਸਾਨੂੰ ਕਿਸੇ ਨੇ ਕਿਹਾ ਸੀ ਕਿ ਇਹ ਟਾਈਮ ਨਹੀਂ ਠੀਕ ਹੈਗਾ। ਹਾਂਜੀ। ਸੋ ਜੇ ਉਹਨਾਂ ਦੇ ਪੇਰੈਂਟਸ ਇਸ ਗੱਲ ਨੂੰ ਨਹੀਂ ਮੰਨਦੇ, ਉਹ ਕਹਿੰਦੇ ਕਿ ਅਸੀਂ ਮਕਾਨ ਦੇ ਵਿੱਚ ਜੇ ਐਂਟਰ ਹੋਣਾ ਹੋਵੇ ਕੀ ਕਰੀਏ। ਇਹਦੇ ਨਾਲ ਹੀ ਇੱਕ ਕੁਐਸਚਨ ਹੋਰ ਲੈ ਲਓ ਕਿ ਜੇ ਬਹੁਤ ਸਾਰੇ ਕੁਐਸਚਨ ਆ ਇਹਦੇ ਨਾਲ ਜਿਹੜੇ ਅੱਗੇ ਨੇ ਕਿ ਕੀ ਮਕਾਨ, ਇਹ ਸਭ ਨੂੰ ਜਗ ਜ਼ਾਹਿਰ ਆ ਕਿ ਮਕਾਨ ਨੂੰ ਮਹੂਰਤ ਦੇਖ ਕੇ ਬਣਾਉਣਾ ਚਾਹੀਦਾ। ਈਵਨ ਕਿ ਮੈਂ ਜਦੋਂ ਨੰਬਰੋਲੋਜੀ ਦਾ ਇਹ ਦਿੱਤਾ ਸੀਗਾ ਤੇ ਜਿਹੜਾ ਤੁਹਾਡਾ ਲੱਕੀ ਨੰਬਰ ਬੰਦਾ ਹੋਵੇ, ਤੁਹਾਡੀ ਡੇਟ ਆਫ ਬਰਥ ਜਾਂ ਨੇਮ ਦਾ ਤੁਹਾਡੇ ਲੱਕੀ ਨੰਬਰ ਕੈਲਕੂਲੇਟ ਹੋਵੇ, ਉਸ ਡੇਟ ਵਾਲੇ ਦਿਨ ਹੀ ਤੁਹਾਨੂੰ ਮਕਾਨ ਲੈਣਾ ਚਾਹੀਦਾ, ਰਜਿਸਟਰੀ ਕਰਾਉਣੀ ਚਾਹੀਦੀ। ਅਸੀਂ ਜਦੋਂ ਨੰਬਰੋਲੋਜੀ ਦਾ ਸੈਸ਼ਨ ਕੀਤਾ ਸੀ, ਇੱਕ ਸੈਪਰੇਟ ਕੀਤਾ ਸੀ, ਤਾਂ ਉਹਦੇ 'ਚ ਦੱਸਿਆ ਸੀ। ਪਰ ਪ੍ਰਾਚੀਨ ਜੋਤਿਸ਼ ਕੀ ਕਹਿੰਦਾ ਕਿ ਜਿਹੜਾ ਇੱਕ ਆਮ ਬੰਦੇ ਨੂੰ ਸਮਝ ਆ ਜਾਵੇ, ਆਪਾਂ ਥੋੜਾ ਜਿਹਾ ਧਿਆਨ ਰੱਖਿਓ ਨੇ ਸਭ ਕੰਪਲਿਕੇਸ਼ਨ ਨਾ ਹੋਣ। ਮੈਂ 2-3 ਚੀਜ਼ਾਂ ਨਾਲ ਸਮਝਾਵਾਂਗਾ ਕਿ ਜਿਹੜੇ ਬੰਦੇ ਇੱਕ ਤਾਂ ਜੋਤਿਸ਼ ਨਹੀਂ ਮੰਨਦੇ, ਜਿਹੜੇ ਇੱਕ ਲੇਮੈਨ ਹੈ ਕਿ ਉਹ ਕਹਿੰਦੇ ਨਹੀਂ ਸਾਨੂੰ ਸਿੰਪਲ ਜਿਹਾ ਤਰੀਕਾ ਦੱਸੋ ਕਿ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਮੰਨ ਲਓ ਸਾਰੇ ਹੀ ਕਹਿੰਦੇ ਵੀ ਇਹ ਵਿਸ਼ਵਾਸ ਹੈਗਾ, ਪਰ ਹਰੇਕ ਨੂੰ ਮਹੂਰਤ ਕੱਢਣੇ ਵੀ ਨਹੀਂ ਆਉਣੇ। ਕੋਈ ਪੰਡਤਾਂ ਕੋ ਜਾਣਾ ਪਸੰਦ ਕਰਦਾ, ਕੋਈ ਗਿਆਨੀਆਂ ਕੋ ਜਾਣਾ ਪਸੰਦ ਕਰਦਾ, ਕੋਈ ਪੁੱਛਣਾ ਵੀ ਮੰਨਦਾ ਵੀ ਹੋਵੇ ਤਾਂ ਪੁੱਛਣ ਨੂੰ ਵੀ ਕਈ ਵਾਰੀ ਲੱਗਦਾ ਕਿ ਨਹੀਂ ਜਾਣਾ, ਉਹ ਕੀ ਕਰਨ। ਬਿਲਕੁਲ ਜੀ, ਦੇਖੋ ਇਹਦੇ 'ਚ ਆਪਾਂ 2 ਤਰੀਕੇ ਨਾਲ ਲੈਣੇ ਕਿ ਇੱਕ ਤੇ ਹੈ ਕਿ ਆਪਾਂ ਨੂੰ ਰਜਿਸਟਰੀ ਕਦੋਂ ਕਰਾਉਣੀ ਚਾਹੀਦੀ ਹੈ। ਹਾਂ, ਮਕਾਨ ਲੈਣ ਦਾ ਸਹੀ ਮੀਨਿੰਗ ਤਾਂ ਰਜਿਸਟਰੀ ਹੈ, ਸਾਈ ਨੂੰ ਰਹਿਣ ਦੇ ਬਿਆਨਾ ਰਹਿਣ ਦੇ। ਜੇ ਆਪਾਂ ਕਿਸੇ ਕੋ ਮੂਰਤ ਨਹੀਂ ਕਢਾਉਂਦੇ ਕਰਨ ਦਾ, ਤੇ ਇਹਦੇ ਲਈ ਇੱਕ ਸਿੰਪਲ ਜਿਹਾ ਤਰੀਕਾ ਹੈ ਕਿ ਹਰ ਰੋਜ਼ ਅਖਬਾਰ ਦੇ ਵਿੱਚ ਆਉਂਦਾ ਹੈ, ਉਹਦੇ ਵਿੱਚ ਇੱਕ ਅਭਿਜੀਤ ਮਹੂਰਤ ਦਿੱਤਾ ਹੁੰਦਾ ਹੈ। ਅਭਿਜੀਤ ਮਹੂਰਤ ਹੁੰਦਾ ਹੈ। ਇਹ ਡੇਲੀ ਨਿਊਜ਼ ਉਹਦੇ ਵਿੱਚ, ਡੇਲੀ ਨਿਊਜ਼ ਦੇ ਡੇਲੀ ਅਖਬਾਰ ਦੇ ਵਿੱਚ ਕੋਲਮ ਦੇ ਜੋਤਿਸ਼ ਦਾ ਜਿਹੜਾ ਕੋਲਮ ਆਉਂਦਾ ਉਹਦੇ ਵਿੱਚ ਲੈ ਕੇ ਤੇ ਇਸ ਮਹੂਰਤ ਦੇ ਵਿੱਚ ਜਾਂ ਜੇ ਜੰਤਰੀ ਪੜ੍ਹਨਾ ਜਾਣਦੇ ਆ, ਫਿਰ ਸਰਵਾਰਥ ਸਿੱਧ ਯੋਗ ਦੇ ਵਿੱਚ ਇਹਨਾਂ ਨੂੰ ਰਜਿਸਟਰੀ ਕਰਵਾਉਣੀ ਚਾਹੀਦੀ ਹੈ। ਨਹੀਂ, ਜੰਤਰੀ ਪੜ੍ਹਨਾ ਤਾਂ ਮੈਨੂੰ ਲੱਗਦਾ ਕਿ ਹਰ ਇੱਕ ਵਸ ਦਾ ਰੋਗ ਨਹੀਂ ਆ, ਪਰ ਇੱਕ ਕੈਲੰਡਰ ਆਉਂਦਾ ਹੈ ਨਾ ਜਿਹਦੇ ਵਿੱਚ ਪੂਰੀ ਡਿਟੇਲ ਜਿਹੜੀ ਉਹ ਜੰਤਰੀ ਦੇ ਲੈਵਲ ਦੀ ਹੁੰਦੀ, ਉਹਨੂੰ ਆਪਾਂ ਮਿਲੀ ਜੰਤਰੀ ਕਹਿ ਦਿੰਦੇ ਆ। ਉਹਦੀ ਬੈਕ ਸਾਈਡ ਤੇ ਹਰ ਮਹੀਨੇ ਦੀ ਬੈਕ ਸਾਈਡ ਤੇ ਕੁਝ ਬਿਲਕੁਲ ਜੀ, ਉਹਨਾਂ ਵਿੱਚ ਹਰ ਇੱਕ ਪਕਸ਼ ਦਿੱਤਾ ਹੁੰਦਾ। ਸਰਵਾਰਥ ਸਿੱਧ ਯੋਗ ਦੇ ਵਿੱਚ, ਸਰਵਾਰਥ ਸਿੱਧ ਯੋਗ ਦੇ ਵਿੱਚ ਜਾਂ ਸਾਨੂੰ ਅਭਿਜੀਤ ਮਹੂਰਤ ਦੇ ਵਿੱਚ, ਇਹ 2 ਮਹੂਰਤਾਂ ਦੇ ਵਿੱਚ ਆਪਾਂ ਨੂੰ ਰਜਿਸਟਰੀ ਕਰਾਉਣੀ ਚਾਹੀਦੀ ਹੈ। ਔਰ ਕੀ ਕੋਈ ਇੱਕ ਪਕਸ਼ ਜਿਹੜਾ ਹੁੰਦਾ ਆ ਉਹਦੇ ਬਾਰੇ ਵੀ ਇਹ ਉਹ ਸਾਨੂੰ ਜਿਹੜੇ ਵੀ ਆਪਣੇ ਚੰਗੇ ਕੰਮ ਆ ਉਹ ਹਮੇਸ਼ਾ ਹੀ ਸ਼ੁਕਲ ਪਕਸ਼ ਦੇ ਵਿੱਚ ਆਪਾਂ ਪਹਿਲਾਂ ਮਕਾਨ ਦੀ ਗੱਲ ਕਰ ਲਈਏ। ਹੁਣ ਆਪਾਂ ਮਕਾਨ ਦੀ ਬਿਲਕੁਲ ਜੀ, ਨਹੀਂ, ਮਕਾਨ ਦਾ ਪਕਸ਼ ਕੀ? ਮਕਾਨ ਜੇ ਆਪਾਂ ਲੈਣਾ ਹੈ, ਚਾਹੇ ਉਹਨੂੰ ਬਣਾਉਣਾ ਸ਼ੁਰੂ ਕਰਨਾ ਹੈ, ਤੇ ਆਪਾਂ ਇਸ ਚੀਜ਼ ਦਾ ਹਮੇਸ਼ਾ ਹੀ ਧਿਆਨ ਰੱਖੀਏ ਕਿ ਜਿਹੜਾ ਉਹ ਪਕਸ਼ ਹੈ ਸ਼ੁਕਲ ਪਕਸ਼ ਹੋਵੇ। ਸ਼ੁਕਲ ਪਕਸ਼ ਮੱਸਿਆ ਤੋਂ ਅਗਲੇ ਦਿਨ ਤੋਂ ਲਾ ਕੇ ਜਿਹੜਾ ਸਾਡਾ ਪੂਰਨਮਾਸੀ ਤੱਕ ਦਾ ਟਾਈਮ ਹੈ, ਹਨੇਰੇ ਤੋਂ ਚਾਨਣੇ ਵੱਲ ਜਿਹੜਾ ਜਾਂਦਾ ਹੈ, ਜਿਹੜਾ ਸਾਡਾ ਜਿਹੜਾ ਆ ਉਹਨੂੰ ਆਪਾਂ ਕ੍ਰਿਸ਼ਨ ਸ਼ੁਕਲ ਪਕਸ਼ ਕਹਿੰਦੇ ਆ। ਬਿਲਕੁਲ। ਤੇ ਹੋਰ ਤੁਹਾਨੂੰ ਕੀ ਲੱਗਦਾ ਕਿ ਉਹਨੂੰ ਇਹ ਹੈ ਕਿ ਜੇ ਕੋਈ ਪ੍ਰਸ਼ਨ ਨਹੀਂ ਵੀ ਆ ਜਾਂ ਅੱਗੇ ਆ ਜਾਊਗਾ। ਬਿਲਕੁਲ, ਜਿਹੜੇ ਬੰਦੇ ਚਾਹੁੰਦੇ ਆ ਕਿ ਆਪਾਂ ਆਪਣੇ ਮਕਾਨ ਨੂੰ ਬਣਾਉਣ ਦਾ ਕੰਮ ਨਹੀਂ ਆ ਭਰਨ ਦਾ ਕੰਮ,
ਜਾਂ ਮੂਰਤ ਕੱਢਣ ਦਾ ਕੰਮ ਜਿਹੜਾ ਕਰਨਾ ਹੈ, ਜੇ ਉਹ ਇੱਕ ਤਾਂ ਦੋ ਤਰੀਕੇ, ਇੱਕ ਤਾਂ ਉਹ ਜੰਤਰੀ ਵਿੱਚ ਜਾਣ ਜਾਂ ਕਿਸੇ ਸ਼ਾਸਤਰੀ ਕੋਲ ਜਾਣ ਤੇ ਉਹ ਉਹਨਾਂ ਨੂੰ ਆਪਣਾ ਦੱਸ ਕੇ ਕਿ ਸਾਡਾ ਹੈਗਾ ਉਹਦੀ ਮਕਾਨ, ਸਾਡਾ ਹੈ ਦਿਸ਼ਾ ਚ ਹੈ, ਉਹਦੀ ਹੈਗਾ ਤੇ ਜਿੰਦੇ ਨਾਂ ਤੇ ਰਜਿਸਟਰੀ ਹੈ ਉਹਦਾ ਪੂਰਾ ਵਿਵਰਣ ਦੇ ਕੇ ਉਹ ਉੱਥੋਂ ਮੂਰਤ ਕਢਾ ਸਕਦੇ ਆ। ਹੁਣ ਦੂਜਾ ਕੁਐਸਚਨ ਹੁੰਦਾ ਕਿ ਜਿਹੜੇ ਇਹਨਾਂ ਚੀਜ਼ਾਂ ਨੂੰ ਨਹੀਂ ਕਰ ਸਕਦੇ, ਕਿ ਜਿਹੜਾ ਕਹਿੰਦਾ ਨਹੀਂ ਯਾਰ ਮੈਂ ਆਪ ਹੀ ਸਿੱਧਾ ਕਰ ਲਵਾਂ, ਤੇ ਉਹਦੇ ਲਈ ਤਰੀਕਾ ਇਹ ਹੈ ਕਿ ਜੇ ਉਹ ਮਾੜੇ ਮੋਟੇ ਵੀ ਜੰਤਰੀ ਪੜ੍ਹਨੀ ਜਾਣਦਾ, ਦੋ ਤਰੀਕੇ ਹੁੰਦੇ ਕਿ ਇੱਕ ਮਾੜੀ ਮੋਟੀ ਜੰਤਰੀ ਪੜ੍ਹ ਲੈਂਦਾ, ਇੱਕ ਕੁਛ ਵੀ ਨਹੀਂ ਜਾਣਦਾ। ਆਪਾਂ ਦੋਨਾਂ ਤਰੀਕਿਆਂ ਦੀ ਗੱਲ ਕਰਾਂਗੇ। ਜਿਹੜਾ ਬੰਦਾ ਮਾੜੀ ਮੋਟੀ ਵੀ ਜੰਤਰੀ ਪੜ੍ਹਨੀ ਜਾਣਦਾ, ਉਹ ਦੋ ਯੋਗ ਜਿਹੜੇ ਉਹ ਜੰਤਰੀ ਦੇ ਵਿੱਚ ਹੀ ਦਿੱਤੇ ਹੁੰਦੇ ਆ, ਜਿੱਦਾਂ ਮੈਂ ਦੱਸਿਆ ਹੈਗਾ ਕਿ ਤੁਹਾਨੂੰ ਸਰਵਾਰਥ ਸਿੱਧੀ ਯੋਗ ਹੈ ਔਰ ਦੂਜਾ ਅਭਿਜੀਤ ਮੂਰਤ ਹੈ, ਇਹ ਉਹਨਾਂ ਵਿੱਚੋਂ ਕੱਢਿਆ ਜਾ ਸਕਦਾ ਹੈ। ਫਿਰ ਆਪਾਂ ਕਿਹੜੇ ਪਕਸ਼ ਦੇ ਵਿੱਚ ਹੈਗੇ ਆ, ਸ਼ੁਕਲ ਪਕਸ਼ ਦੇ ਵਿੱਚ ਹੈ, ਉਹਦਾ ਕੱਢਿਆ ਜਾ ਸਕਦਾ ਹੈ। ਲੇਕਿਨ ਇਹ ਕਰਨ ਤੋਂ ਪਹਿਲੇ ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਣਾ ਕਿ ਉਧਰ ਰਾਹੂ ਕਾਲ ਨਹੀਂ ਹੋਣਾ ਚਾਹੀਦਾ। ਜਿਸ ਟਾਈਮ ਵੇਲੇ ਤੁਸੀਂ ਆਪਣੀ ਪਹਿਲੀ ਏਟ ਰੱਖਣੀ ਹੈ ਉਹ ਰਾਹੂ ਕਾਲ ਦੇ ਵਿੱਚ ਨਹੀਂ ਰੱਖਣੀ। ਉਹ ਰਾਹੂ ਕਾਲ ਦਾ ਪਤਾ ਵੀ ਕੈਲੰਡਰ ਤੋਂ ਲੱਗ ਕੈਲੰਡਰ ਜਾਊਗਾ ਤੋਂ ਜਾਂ ਅਖਬਾਰਾਂ ਚੋਂ? ਜਿਹੜੀ ਅਖਬਾਰ ਦੇ ਵਿੱਚ ਆਉਂਦੀ ਉਹਦੇ ਹਰ ਦਿਨ ਦਾ ਵੱਖਰਾ ਵੱਖਰਾ ਹਰ ਦਿਨ ਦਾ ਵੱਖਰਾ ਵੱਖਰਾ ਹੁੰਦਾ, ਕਿਸ ਦਿਨ ਕਿਹੜੇ ਟਾਈਮ ਤੋਂ ਲਾ ਕੇ ਕਿਹੜੇ ਟਾਈਮ ਤੱਕ ਰਾਹੂ ਕਾਲ ਹੈ। ਔਰ ਨਹੀਂ ਜਦੋਂ ਵੀ ਰੱਖਣੀ ਚੜ੍ਹਦੇ ਵਾਲੇ ਪਾਸੇ ਨੂੰ ਰੱਖਣੀ, ਚੜ੍ਹਦੇ ਵੱਲੋਂ ਉਹਦੀ ਇੱਕ ਅਲੱਗ ਜਿਹੜੀ ਆ ਉਹ ਵਿਧੀ ਆ ਇਦਾਂ ਰੱਖਣੀ ਹੈ। ਔਰ ਦੂਜੇ ਜਿਹੜੇ ਬੰਦੇ ਥੋੜੀ ਬਹੁਤੀ ਜੰਤਰੀ ਪੜ੍ਹਨਾ ਜਾਣਦੇ ਆ ਤੇ ਉਹਦੇ ਲਈ ਸ਼ਾਸਤਰਾਂ ਦੇ ਮੁਤਾਬਕ ਜਾਂ ਜੰਤਰੀ ਦੇ ਮੁਤਾਬਕ 4 ਆਪਾਂ ਨਕਸ਼ਤਰ ਕੱਢੇ ਆ, ਜਿੱਦਾਂ ਸ਼ਤਵਿਸ਼ਾ ਨਕਸ਼ਤਰ ਹੈ, ਪੁਸ਼ਯ ਹੈ, ਟੋਟਲ ਕਿੰਨੇ ਨਕਸ਼ਤਰ ਹੋਏ? ਟੋਟਲ 27 ਨਕਸ਼ਤਰ ਹੈ, ਲੇਕਿਨ ਉਹਨਾਂ ਵਿੱਚੋਂ 4 ਨਕਸ਼ਤਰ ਹੈ ਜਿਹੜੇ ਬੜੇ ਪਵਿੱਤਰ ਮੰਨੇ ਗਏ ਕਿ ਇਹਨਾਂ ਦੇ ਦੌਰਾਨ ਜੇ ਕੰਮ ਸ਼ੁਰੂ ਹੁੰਦਾ ਤਾਂ ਨਿਰਵਾਧ ਗਤੀ ਨਾਲ ਕੰਮ ਪੂਰਾ ਹੋ ਜਾਂਦਾ। ਇਹਨੂੰ ਸਪਸ਼ਟ ਭਾਸ਼ਾ 'ਚ ਥੋੜਾ ਜਿਹਾ ਸਾਫ਼-ਸਾਫ਼ ਦੱਸੋ। ਸਪਸ਼ਟ ਭਾਸ਼ਾ 'ਚ ਹੈ ਕਿ ਇੱਕ ਸ਼ਤਵਿਸ਼ਾ ਨਕਸ਼ਤਰ, ਸ਼ਤਵਿਸ਼ਾ ਨਕਸ਼ਤਰ, ਪੁਸ਼ਯ, ਸਵਾਤੀ ਔਰ ਰੋਹਿਣੀ ਨਕਸ਼ਤਰ। ਇਹ ਕਿਸੇ ਲਰਨਰ ਜਿਹੜਾ ਐਸਟ੍ਰੋਲੋਜਰ ਆ ਉਹ ਹੀ ਦੱਸ ਸਕਦਾ, ਇਹ ਅਖਬਾਰਾਂ 'ਚ ਨਹੀਂ ਪਤਾ ਲੱਗਣਾ। ਅਖਬਾਰਾਂ 'ਚ ਨਹੀਂ ਪਤਾ ਲੱਗਣਾ। ਫਿਰ ਕਿਹੜੇ ਦਿਨ ਕਰਨਾ ਹੈ ਤੁਸੀਂ? ਸੋਮਵਾਰ, ਬੁੱਧਵਾਰ, ਵੀਰਵਾਰ ਔਰ ਸ਼ੁੱਕਰਵਾਰ ਕਿਸੇ ਦਿਨ ਇਸ ਕੰਮ ਨੂੰ ਸ਼ੁਰੂ ਕਰ ਸਕਦੇ ਆ। ਸ਼ੁਕਲ ਪਕਸ਼ ਦਾ ਧਿਆਨ ਰੱਖ ਸਕਦੇ ਆ। ਹਾਂ, ਪਕਸ਼ ਦਾ ਧਿਆਨ ਜਿਹੜਾ ਆ ਬਿਲਕੁਲ। ਔਰ ਸਰਵਾਰਥ ਸਿੱਧੀ ਯੋਗ ਅਭਿਜੀਤ ਮੂਰਤ ਦੇ ਵਿੱਚੋਂ ਜਿਹੜਾ ਤੁਸੀਂ ਇਹਨੂੰ ਸ਼ੁਰੂ ਕਰ ਸਕਦੇ ਆ। ਤਾਂ ਇਹ ਤਾਂ ਹੈ ਜੀ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਆਪਣਾ ਮਕਾਨ ਸ਼ੁਰੂ ਕਰਨਾ ਚਾਹੁੰਦੇ ਆ। ਜੇ ਮੰਨਦੇ ਆ ਤੇ ਸ਼ਾਸਤਰੀ ਜੀ ਕੋ ਚਲੇ ਜਾਓ, ਉਹਨਾਂ ਕੋ ਦੇਖ ਲਓ। ਜੇ ਆਪ ਜੰਤਰੀ ਪੜ੍ਹਨਾ ਚਾਹੁੰਦੇ ਆ ਕੈਲੰਡਰ ਤੋਂ ਪਤਾ ਕਰ ਲਓ। ਜੇ ਤੁਸੀਂ ਹੋਰ ਕੁਝ ਨਹੀਂ ਕਰਦਾ ਤੇ ਸਿੰਪਲ ਜਿਹਾ ਤਰੀਕਾ ਕਿ ਉਸ ਦਿਨ ਤੁਸੀਂ ਅਭਿਜੀਤ ਮੂਰਤ ਦੇਖੋ, ਅਖਬਾਰ ਲਵੋ, ਅਖਬਾਰ ਦੇ ਵਿੱਚ ਦਿੱਤਾ ਹੁੰਦਾ ਉਸ ਦਿਨ ਤੁਸੀਂ ਉਹ ਦੇਖ ਲਓ। ਬਸ ਸਿਰਫ ਇੱਕ ਦਿਨ ਦਾ ਧਿਆਨ ਰੱਖਣਾ ਹੈ ਕਿ ਰਾਹੂ ਕਾਲ ਨਹੀਂ ਹੋਣਾ ਚਾਹੀਦਾ। ਹਾਂ ਬਿਲਕੁਲ। ਲਓ ਜੀ, ਹੋਰ ਕੁਝ ਬਸ ਠੀਕ ਆ ਜੀ। ਇਹ ਨਰਿੰਦਰ ਜੀ ਆ ਜੀ, ਹਾਂਜੀ, ਇਹ ਪ੍ਰਸ਼ਨ ਨਰਿੰਦਰ ਜੀ ਦਾ ਆ। ਇਹਨੂੰ ਪਹਿਲਾਂ ਇਹਨਾਂ ਦਾ ਪ੍ਰਸ਼ਨ ਆਪਾਂ ਪੜ੍ਹ ਲੈਂਦੇ ਆ। ਉਹ ਕਹਿੰਦੇ ਕਿ ਮੈਂ ਆਪਣਾ ਮਕਾਨ ਬਣਾਉਣਾ ਸ਼ੁਰੂ ਕੀਤਾ ਤੇ ਉਸ ਮਕਾਨ ਦੌਰਾਨ ਮੇਰੀ ਟ੍ਰਾਂਸਫਰ ਹੋ ਗਈ ਤਾਂ ਮੈਂ 6 ਮਹੀਨੇ ਲਈ ਇਹਨੂੰ ਰੋਕ ਲਿਆ। ਠੀਕ ਹੈ। ਕਹਿੰਦੇ ਮੈਂ 6 ਮਹੀਨੇ ਬਾਅਦ ਆਇਆ ਤੇ ਉਹਨਾਂ ਦਿਨਾਂ 'ਚ ਸਾਡੇ ਘਰ ਦੇ ਵਿੱਚ ਇੱਕ ਮੈਰਿਜ ਸੀ ਤੇ 2-3 ਮਹੀਨੇ ਪੈ ਗਏ। ਫਿਰ ਸਰਦੀਆਂ ਆ ਗਈਆਂ ਵੀ ਧੁੰਦਾਂ 'ਚ ਨਹੀਂ ਬਣਾਈਦਾ, ਤੇ ਜਦੋਂ ਮੈਂ ਸਰਦੀਆਂ ਦੀ ਵੇਟ ਕਰਨ ਤੋਂ ਬਾਅਦ ਇਹ ਡਿਸਾਈਡ ਕੀਤਾ ਵੀ ਮੈਂ ਬਣਾਉਣਾ ਆ ਤੇ ਇਹ ਮਾਸ਼ਾ ਜੀ ਕਰੋਨਾ ਸਾਹਿਬ ਆ ਗਏ। ਸੋ ਪੁਆਇੰਟ ਉਹਨਾਂ ਦਾ ਕਹਿੰਦਾ ਆ ਕਿ ਕਹਿੰਦੇ ਮੇਰਾ 3 ਮਹੀਨੇ ਦਾ ਕੰਮ, 1.5 ਮਹੀਨੇ ਦਾ ਕੰਮ ਜਾਂ 2 ਮਹੀਨੇ ਦਾ ਕੰਮ ਆ, ਜਿਹਨੂੰ 1.5 ਸਾਲ ਮੇਰਾ ਹੋਣ ਲੱਗਾ ਆ। ਔਰ ਮੈਂ ਜਦੋਂ ਇਹਨੂੰ ਕਰਨ ਦੀ ਕੋਸ਼ਿਸ਼ ਕਰਦਾ ਮੈਂ ਇਸ ਗੱਲ ਨੂੰ ਫੀਲ ਕੀਤਾ ਕਿ ਘਰ 'ਚ ਪ੍ਰੋਬਲਮ ਆ ਜਾਂਦੀ ਆ, ਏਦਾਂ ਦੀ ਅੜਚਨ ਪੈਂਦੀ ਆ ਕਿ ਮੇਰੇ ਤੋਂ ਇੱਕ ਦਿਨ ਇੱਟਾਂ ਲੱਗਦੀਆਂ ਨੇ, ਦੂਜੇ ਦਿਨ ਹੋ ਗਈਆਂ। ਈਵਨ ਉਹਨਾਂ ਨੇ 2 ਵਾਰੀ ਕਿਹਾ, ਕਹਿੰਦੇ ਮੈਨੂੰ ਹਾਸਾ ਆਉਂਦਾ, ਲੋਕਾਂ ਨੂੰ ਲੱਗਦਾ ਕਿ ਮੇਰੀ ਬਣਦੀ ਨਹੀਂ। ਮੈਂ 2 ਮਿਸਤਰੀ ਆਪਣੇ ਪ੍ਰੋਪਰ ਠੇਕੇਦਾਰ ਬਦਲ ਚੁੱਕਾ ਹਾਂ, ਜਦ ਕਿ ਮੇਰੀ ਤੁਸੀਂ ਕਹਿੰਦੇ ਮੇਰੇ ਪਿੰਡ ਦੇ ਵਿੱਚ ਇਹਨਾਂ ਦਾ ਕੱਚਾ ਚੱਠਾ ਪਿੰਡ ਲਿਖਿਆ ਉਹਨਾਂ ਨੇ ਕਿ ਮੈਂ ਹੈਗਾ। ਤੇ ਮੈਨੂੰ ਇਹ ਦੱਸੋ ਵੀ ਮੇਰੇ ਨਾਲ ਇਹਦੇ ਲਈ ਮੈਨੂੰ ਕੀ ਕਰਨਾ ਚਾਹੀਦਾ, ਕਿ ਮੈਂ ਕੋਈ ਉਪਾਅ ਕਰਨੇ ਆ ਜਾਂ ਮੈਂ ਕੀ ਕਰਨਾ ਆ। ਤੇ ਫਿਰ ਜਿਹੜਾ ਇਸ ਕੁਐਸਚਨ ਨੂੰ ਵੀ ਆਪਾਂ ਜੇ 2 ਭਾਗਾਂ 'ਚ ਵੰਡ ਲਈਏ ਵੀ ਇਹ ਹੁੰਦਾ ਕਦੋਂ ਆ। ਇਹ ਇਹਨਾਂ ਨੇ ਨਹੀਂ ਪੁੱਛਿਆ ਵੀ ਇਹ ਤਾਂ ਕਹਿੰਦੇ ਸਿੱਧੇ ਮੈਨੂੰ ਉਪਾਅ ਦੱਸ ਦਿਓ ਕਿ ਮੈਂ ਕੀ ਕਰਨਾ ਹੈ। ਪਰ ਜੋਤਿਸ਼ ਕੀ ਕਹਿੰਦਾ ਕਿ ਕੀ ਜੇ ਸਾਨੂੰ ਪਤਾ ਲੱਗ ਜਾਵੇ ਕਿ ਇਹ ਇਸ ਕਰਕੇ ਹੁੰਦਾ ਤਾਂ ਕੀ ਇਹ ਪਹਿਲਾਂ ਧਿਆਨ ਰੱਖਿਆ ਜਾ ਸਕਦਾ ਸੀ? ਬਿਲਕੁਲ ਜੀ। ਜਾਂ ਪਹਿਲਾਂ ਕੋਈ ਉਪਾਅ ਕਰ ਸਕਦੇ ਸੀ ਵੀ ਇਹਦੇ ਬਾਰੇ ਕੁਝ ਕੀ ਕਰਨਾ? ਚੌਹਾਨ ਸਾਹਿਬ ਇਦਾਂ ਦੀ ਪੋਜੀਸ਼ਨ ਜਿੱਦਾਂ ਦੀ ਕਿ ਇਹਨਾਂ ਨੇ ਦੱਸੀ ਹੈਗੀ ਹੈ ਕਿ ਇਹ ਬਾਰ-ਬਾਰ ਇਹਨਾਂ ਦਾ ਕੰਮ ਲੇਟ ਹੋ ਰਿਹਾ ਹੈ ਡਿਊ ਟੂ ਐਨੀ ਰੀਜ਼ਨ, ਕੋਈ ਵੀ ਕਾਰਨ ਹੋ ਸਕਦਾ ਹੈ। ਮੇਰੇ ਕੋ ਬਹੁਤ ਕੇਸ ਨੇ ਮੇਰੇ ਸਾਹਮਣੇ, 2-2 ਸਾਲ ਤੋਂ ਲੈਂਟਰ ਖੋਲ ਕੇ ਪਿਆ, ਪਲਸਟਰ ਕਰਨ ਦਾ ਨਹੀਂ ਟਾਈਮ ਮਿਲਦਾ ਪਿਆ। ਔਰ ਆਮ ਤੌਰ ਤੇ ਉਦੋਂ ਹੁੰਦਾ ਜਦੋਂ ਸ਼ਨੀ ਬੱਧ ਹੋਵੇ ਔਰ 10ਵੇਂ ਗ੍ਰਹਿ ਦੇ ਵਿੱਚ ਸ਼ਨੀ ਬੱਧ ਹੋਵੇ। ਬੱਧ ਮੀਨ ਡਾਊਨ, ਕਿ ਜਦੋਂ ਡਾਊਨ ਹੁੰਦਾ ਆ ਸ਼ਨੀ, ਜਦੋਂ ਡਾਊਨ ਹੋ ਜਾਂਦਾ, ਵੀਕ ਹੋਵੇ, ਕਮਜ਼ੋਰ ਹੋਵੇ, ਡਾਊਨ ਹੋਵੇ, ਔਰ ਇਹ ਖਾਸ ਤੌਰ ਤੇ 10ਵੇਂ ਘਰ 'ਚ ਹੋਵੇ। ਓਕੇ, ਉਦੋਂ ਇਹ ਆਪਣਾ ਜਿਹਦੇ ਕਰਕੇ ਡਿਲੇਜ਼ ਹੋ ਜਾਂਦੀ ਹੈ ਔਰ ਬੰਦਾ ਇੱਕ ਵਾਰੀ ਅੱਕ ਜਾਂਦਾ, ਫੈਡ ਅਪ ਹੋ ਜਾਂਦਾ, ਯਾਰ ਮੇਰਾ ਕੰਮ ਨਹੀਂ ਹੋ ਰਿਹਾ। ਤਾਂ ਇਸ ਵਾਸਤੇ ਇਹਨਾਂ ਨੂੰ ਆਪਣਾ ਜਿਹੜਾ ਹੈਗਾ ਹੈ ਸ਼ਨੀ ਉੱਚ ਦਾ ਉਪਾਅ ਕਰਨਾ ਚਾਹੀਦਾ।
ਨਹੀਂ ਸ਼ਨੀ ਉੱਚ ਦਾ ਮਤਲਬ ਕੀ ਕਰਨਾ ਚਾਹੀਦਾ? ਸ਼ਨੀ ਉੱਚ ਦਾ ਉਪਾਅ ਕਰਨਾ ਚਾਹੀਦਾ ਸ਼ਨੀ ਨੂੰ ਉੱਚ ਕਰੇ, ਇਹ ਸ਼ਨੀ ਦੀ ਆਪਣੀ ਪਾਵਰ ਨੂੰ ਵਧਾਉਣ, ਉਹਨੂੰ ਉੱਚ ਵਧਾਉਣ, ਹੈ ਨਾ। ਬਿਲਕੁਲ ਜੀ ਬਿਲਕੁਲ। ਮੇਰੇ ਕੋਲ ਸਭ ਤੋਂ ਅੱਛਾ ਉਪਾਅ ਜੇ ਆਪਾਂ ਸ਼ਨੀ ਦਾ ਤੁਹਾਨੂੰ ਲੱਗਦਾ ਹੋਵੇ ਕਿ ਤੁਸੀਂ ਕੋਈ ਸੌਖਾ ਜਿਹਾ ਕੋਈ ਉਪਾਅ ਦੱਸ ਸਕੋ, ਕੋਈ ਹੈ ਦਿਮਾਗ? ਸ਼ਨੀ ਦਾ ਸਭ ਤੋਂ ਵਧੀਆ ਉਪਾਅ ਇਹ ਹੈ ਜੀ ਕਿ ਇੱਕ ਤਾਂ ਤੁਸੀਂ ਸ਼ਨੀਵਾਰ ਨੂੰ ਘਰ ਛੋਲੇ ਬਣਾਓ ਕਾਲੇ, ਹਾਂ ਖਾਓ। ਜੇ ਤੁਸੀਂ ਮੰਦਿਰ ਜਾਂਦੇ ਆ ਤੇ ਛੋਲੇ ਪਕੌੜਿਆਂ ਦਾ ਦਾਨ ਕਰੋ, ਲੈਦਰ ਦਾ ਦਾਨ ਕਰੋ, ਚੱਪਲਾਂ ਦਾ ਦਾਨ ਕਰੋ, ਜਿੰਨਾ ਹੋ ਸਕੇ ਸ਼ਨੀਵਾਰ ਨੂੰ ਕਰ ਸਕਦੇ ਆ। ਪਕੌੜਿਆਂ ਦਾ ਜੇ ਲੰਗਰ ਲਾ ਸਕਦੇ, ਛੋਟਾ ਮੋਟਾ ਵੀ ਕਿਤੇ ਲੰਗਰ ਲਾ ਸਕਦੇ ਤਾਂ ਆਪਣੇ ਘਰ ਦੇ ਬਾਹਰ ਹੀ ਕਿਤੇ ਬੱਚਿਆਂ ਨੂੰ ਸ਼ਨੀ ਦੇ ਪਕੌੜੇ ਲਾਇਓ। ਔਰ ਬੜੇ ਅੱਛੇ ਉਪਾਅ ਨੇ ਸ਼ਨੀ ਦੇ ਹੋਰ ਜਿਹੜੇ ਆਪਾਂ ਬੜੇ ਉਪਾਅ ਨੇ ਇਦਾਂ ਦੇ ਜਿਹਨਾਂ ਸ਼ਨੀ ਚ ਉੱਚ ਕੀਤਾ ਜਾ ਸਕਦਾ। ਔਰ ਜਦੋਂ ਇਹ ਸ਼ਨੀ ਉੱਚ ਕਰਨਗੇ ਪ੍ਰਮਾਤਮਾ ਦੀ ਕਿਰਪਾ ਨਾਲ ਇਹਨਾਂ ਦਾ ਜਿਹੜਾ ਮਕਾਨ ਹੈ। ਅੱਛਾ, ਇਹ ਮਕਾਨ ਨਾਲ ਰਿਲੇਟਡ ਜਿੰਨੀਆਂ ਵੀ ਪ੍ਰੋਬਲਮ ਜਿਹਨੂੰ ਵੀ ਆਣੀਆਂ ਨੇ ਉਹ ਆਣੀਆਂ ਸ਼ਨੀ ਨਾਲ ਰਿਲੇਟਡ ਹੀ ਆਣੀਆਂ। ਬਸ ਇਹ ਹੋ ਸਕਦਾ ਕਿ ਸ਼ਨੀ ਦੇ ਉੱਤੇ ਕਿਹੜਾ ਗ੍ਰਹਿ ਹੋਰ ਪ੍ਰਭਾਵ ਪਾ ਰਿਹਾ, ਇਸ ਚੀਜ਼ਾਂ ਨੂੰ ਫਿਰ ਜੰਤਰੀ ਦੇ ਹਿਸਾਬ ਨਾਲ ਘੁੰਡ ਦੇ ਹਿਸਾਬ ਨਾਲ ਦੇਖਿਆ ਜਾ ਸਕਦਾ। ਤੁਸੀਂ ਨਾਲ ਹੋਰ ਤੁਹਾਡੇ ਦਿਮਾਗ 'ਚ ਕੋਈ ਨਵਾਂ ਚੀਜ਼ ਆਵੇ ਜਿਹੜੀ ਮਕਾਨ ਨੂੰ ਲੈ ਕੇ ਹੋਵੇ ਉਹ ਦੱਸਦੇ ਰਹੀਓ। ਇੱਕ ਇਹਨਾਂ ਦਾ ਕੁਐਸਚਨ ਇਹ ਆ ਕਿ ਮੈਂ ਮਕਾਨ ਨੂੰ ਆਪਣਾ ਤੋੜਨਾ ਆ, ਕੀ ਮੈਂ ਉਸ ਮਕਾਨ ਨੂੰ ਤੋੜ ਕੇ ਉਹਦੇ ਵਿੱਚ ਬੈਠ ਕੇ ਹੀ ਉਹਨੂੰ ਨਵਾਂ ਬਣਾਵਾਂ? ਮਤਲਬ ਇਹਨਾਂ ਦਾ ਰੈਨੋਵੇਸ਼ਨ ਕਰਾਉਣਾ ਚਾਹੁੰਦੇ ਆ। ਉਹ ਕਹਿੰਦੇ ਜਿੱਦਾਂ ਆਪਾਂ ਨੀਹਾਂ ਦਾ ਮਹੂਰਤ ਹੁੰਦਾ, ਕੀ ਰੈਨੋਵੇਸ਼ਨ ਦਾ ਵੀ ਕੋਈ ਮਹੂਰਤ ਆ? ਜਾਂ ਤੋੜਨ ਦਾ ਵੀ, ਨੀਂਹ ਰੱਖਣਾ ਬਣਾਉਣਾ, ਕਿਸੇ ਚੀਜ਼ ਨੂੰ ਭੰਨਣਾ ਤੋੜਨਾ, ਕੀ ਇਹ ਦੋਨੇ ਸੇਮ ਚੀਜ਼ਾਂ? ਇਹ ਦੋਨਾਂ ਦਾ ਮਹੂਰਤ ਆ? ਦੇਖੋ ਜੀ, ਰੈਨੋਵੇਸ਼ਨ ਬੰਦਾ ਦੋ ਤਰੀਕੇ ਨਾਲ ਹੀ ਕਰਦਾ। ਇੱਕ ਤਾਂ ਉਹ ਵਿੱਚ ਰੱਖ ਕੇ ਕਹਿੰਦਾ ਕਿ ਮੈਂ ਵਿੱਚ ਰਵਾਂਗੇ, ਚਲੋ ਛੱਤ ਬਦਲ ਲਈ, ਉੱਪਰ ਚਵਾਰਾ ਪਾ ਲਿਆ, ਇਹ ਤਾਂ ਤੁਸੀਂ ਘਰ ਬੈਠੇ ਕਰ ਸਕਦੇ ਆ। ਲੇਕਿਨ ਜੇ ਤੁਸੀਂ ਸੋਚੋ ਕਿ ਮੈਂ ਘਰ ਪੂਰਾ ਤੋੜ ਕੇ ਇੱਕ ਨਵੇਂ ਤਰੀਕੇ ਨਾਲ ਬਣਾਉਣਾ ਹੈ, ਮਤਲਬ ਉਹਨਾਂ ਨੇ ਬਾਹਰ ਕਿਰਾਏ ਤੇ ਰਹਿਣਾ, ਫਿਰ ਉਹਨਾਂ ਨੂੰ ਮਹੂਰਤ ਦੇਖ ਕੇ ਸਾਰੇ ਕੰਮ ਕਰਨੇ ਚਾਹੀਦੇ। ਤੇ ਮਹੂਰਤ ਫਿਰ ਇਹੀ ਸਿਸਟਮ ਕਿ ਜੇ ਆਪ ਮੰਨਦੇ ਆ, ਜੇ ਨਹੀਂ ਤੇ ਸ਼ਾਸਤਰੀ ਕੋ ਜਾ ਕੇ, ਜੇ ਸਿੱਧਾ ਕਰਨਾ ਚਾਹੁੰਦੇ ਹੋ ਤਾਂ ਆਰਾਮ ਨਾਲ ਜੰਤਰੀ ਦੇਖ ਸਕਦੇ ਆ, ਤੇ ਜਾਂ ਅਭਿਜੀਤ ਮਹੂਰਤ ਦੇ ਵਿੱਚ ਜਦੋਂ ਮਰਜ਼ੀ ਕਿਸੇ ਦਿਨ ਵੀ ਉਹ ਕੰਮ ਸ਼ੁਰੂ ਕਰ ਦੇ। ਹਾਂ ਠੀਕ ਹੈ। ਤੇ ਫਿਰ ਅਗਲਾ ਉਹਨਾਂ ਨੇ ਪੁੱਛਿਆ ਸੀ ਕਿ ਮਹੂਰਤ ਕਰਨ ਤੋਂ ਬਾਅਦ ਜੇ ਗ੍ਰਹਿ ਪ੍ਰਵੇਸ਼ ਕਰਨਾ ਹੈ, ਉਹ ਫੇਰ ਗੱਲ ਉਹੀ ਆ ਗਈ ਕਿ ਮਹੂਰਤ ਮਤਲਬ ਜਿਹੜੇ ਆਪਾਂ ਸਟਾਰਟਿੰਗ 'ਚ ਇਹਨਾਂ ਨੂੰ ਉਹ ਦੋ ਮਹੂਰਤ ਦੱਸ ਦਿੱਤੇ ਨੇ ਕਿ ਉਹ ਮਹੂਰਤ ਜਿਹੜਾ ਸਰਬ ਸਿੱਧੀ ਯੋਗ ਤੁਸੀਂ ਇੱਕ ਦੱਸਿਆ, ਸਰਵਾਰਥ ਸਿੱਧੀ ਯੋਗ, ਤੇ ਦੂਜਾ ਅਭਿਜੀਤ ਮਹੂਰਤ ਦੇ ਵਿੱਚ ਗ੍ਰਹਿ ਪ੍ਰਵੇਸ਼ ਕਰ ਲੈਣ, ਤੋੜਨਾ ਸ਼ੁਰੂ ਕਰ ਦੇਣ, ਬਣਾਉਣਾ ਸ਼ੁਰੂ ਕਰ ਦੇਣ। ਬਸ ਪਕਸ਼ ਦਾ ਤੇ ਰਾਹੂ ਕਾਲ ਦਾ ਜਿਹੜਾ ਆ ਉਹ ਖਾਸ ਧਿਆਨ ਰੱਖਣਾ ਹੈ। ਬਾਕੀ ਸੇਮ ਚੀਜ਼ਾਂ ਉਦਾਂ ਹੀ ਆ, ਸਿਰਫ ਇੰਨਾ ਕਿ ਇਹਨਾਂ 'ਚ ਦੋ ਨਕਸ਼ਤਰ ਹੋਰ ਚੇਂਜ ਹੋ ਜਾਂਦੇ ਆ। ਇਹਨਾਂ ਵਿੱਚ ਅਨੁਰਾਧਾ ਔਰ ਚਿਤਰਾ ਨਕਸ਼ਤਰ ਜ਼ਿਆਦਾ ਸ਼੍ਰੇਸ਼ਟ ਹੋਰ ਮੰਨੇ ਗਏ ਆ, ਤੇ ਜੇ ਇਹਨਾਂ ਦੇ ਵਿੱਚ ਆਪਾਂ ਗ੍ਰਹਿ ਪ੍ਰਵੇਸ਼ ਕਰੀਏ ਤੇ ਉਹ ਜ਼ਿਆਦਾ ਬਿਹਤਰ ਹੈ। ਓਕੇ, ਕੋਈ ਹੋਰ ਚੀਜ਼ ਤੁਹਾਨੂੰ ਲੱਗਦਾ ਕਿ ਦੱਸਣ ਵਾਲੀ ਹੋਵੇ, ਤੁਹਾਡੇ ਦਿਮਾਗ ਦੇ ਵਿੱਚ ਹੋਵੇ, ਜਿਹੜੀ ਮਕਾਨ ਬਣਾਉਣ, ਮਕਾਨ 'ਚ ਜਾਣ, ਮਕਾਨ ਨਾਲ ਰਹਿਣ ਨੂੰ ਰਿਲੇਟਡ ਹੋਵੇ? ਮੈਨੂੰ ਹਰ ਵਾਰੀ ਇਹ ਮੈਂ ਕਿਹਾ ਬਸ ਸਿਰਫ ਇੱਕੋ ਚੀਜ਼ ਦਾ ਧਿਆਨ ਰੱਖਣਾ ਕਿ ਕੋਈ ਵੀ ਕੰਮ ਜਿਹੜਾ ਤੁਸੀਂ ਕਰਨਾ, ਚਾਹੇ ਬਣਾਉਣ ਦਾ ਸ਼ੁਰੂ ਕਰਨਾ ਹੈ, ਚਾਹੇ ਗ੍ਰਹਿ ਪ੍ਰਵੇਸ਼ ਦਾ ਕਰਨਾ ਹੈ, ਚਾਹੇ ਰੈਨੋਵੇਸ਼ਨ ਦਾ ਕਰਨਾ, ਰਾਹੂ ਕਾਲ ਦੇ ਵਿੱਚ ਨਹੀਂ ਕਰਨਾ। ਇੱਕ ਪ੍ਰਸ਼ਨ ਆ ਕਿ ਮੈਨੂੰ ਕਿਸੇ ਨੇ ਇਹ ਦੱਸਿਆ ਸੀਗਾ ਕਿ ਜੀ ਤੁਹਾਡਾ ਕੰਮ ਕਹਿੰਦੇ ਇਸ ਕਰਕੇ ਨਹੀਂ ਸਿਰੇ ਚੜਦਾ ਪਿਆ ਕਿ ਜ਼ਮੀਨ ਸੁੱਤੀ ਹੋਈ ਸੀ ਤੇ ਤੁਸੀਂ ਬਣਾ ਲਿਆ। ਸੋ ਇਹਦਾ ਬਹੁਤ ਸੌਖਾ ਢੰਗ ਜਿਹੜਾ ਮੈਨੂੰ ਜਿੰਨੀ ਸਮਝ ਸੀਗੀ ਉਹ ਇਹੀ ਸੀਗੀ ਕਿ ਜਦੋਂ ਤੁਸੀਂ ਮਹੂਰਤ ਹੀ ਕੱਢ ਲੈਂਦੇ ਆ ਤੇ ਉਹ ਸੁੱਤੀ ਆਪਣੇ ਆਪ ਹੀ ਜਾਗ ਜਾਂਦੀ ਆ। ਮਹੂਰਤ ਕੱਢਣ ਦਾ ਮਤਲਬ ਹੀ ਇਹੀ ਆ ਕਿ ਜਿੰਨੀਆਂ ਵੀ ਕਮੀਆਂ ਪੇਸ਼ੀਆਂ ਨੇ ਜ਼ਮੀਨ ਨਾਲ ਰਿਲੇਟਡ ਨੇ ਉਹ ਸਾਰੀਆਂ ਦੂਰ ਹੋ ਜਾਂਦੀਆਂ ਨੇ। ਆਪਾਂ ਜ਼ਮੀਨ ਨੂੰ ਜਗਾਉਣ ਦਾ ਕੋਈ ਉਪਾਅ ਨਹੀਂ ਕਰਨਾ ਚਾਹੀਦਾ। ਐਕਚੁਅਲੀ ਜ਼ਮੀਨ ਸੌਂਦੀ ਜਾਗਦੀ ਤਾਂ ਕਦੀ ਵੀ ਨਹੀਂ। ਗ੍ਰਹਿਾਂ ਦੀ ਇੱਕ ਦਸ਼ਾ ਆ, ਉਹਦਾ ਇੱਕ ਜਿਹੜਾ ਆ ਉਹ ਸਿੰਬਲ ਉਹਨਾਂ ਨੇ ਜਿਹੜਾ ਉਹ ਬਣਾ ਲਿਆ ਆ। ਹੋਰ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ ਕੋਈ ਚੀਜ਼ ਹੋਵੇ ਜਿਹੜੀ ਆਪਾਂ ਮਹੂਰਤ ਦੀ ਗੱਲ ਆ ਗਈ, ਦੂਰੇ ਦੀ ਗੱਲ ਹੋਈ, ਹੈਨਾ, ਵੀ ਕੋਈ ਇੱਕ ਗੱਲ ਹੋਰ ਦੱਸਿਓ ਕਿ ਕੋਈ ਇਦਾਂ ਦਾ ਵੀ ਪਰਸਨ ਹੈਗਾ ਜਿਹਨੂੰ ਨਾ ਮਕਾਨ ਬਣਾਉਣਾ ਚਾਹੀਦਾ ਤੇ ਨਾ ਪਲਾਟ ਲੈਣਾ ਚਾਹੀਦਾ ਤੇ ਨਾ ਰੈਡੀਮੇਡ ਲੈਣਾ ਚਾਹੀਦਾ, ਉਹਨੂੰ ਕਰਨਾ ਹੀ ਨਹੀਂ ਚਾਹੀਦਾ? ਇਹਦੇ ਬਾਰੇ ਬੜੀ ਇੱਕ ਮਾਨਤਾ ਹੈ। ਇਦਾਂ ਦੇ ਵੀ ਸਾਡੇ ਕੋਲ ਵੀ ਕਈ ਇਦਾਂ ਦੇ ਪ੍ਰਸ਼ਨ ਆਉਂਦੇ ਜੀ, ਮੈਂ ਮਕਾਨ ਬਣਾਉਂਦਾ ਆ, ਬਣਾਉਣਾ ਆ, ਉਹ ਵੀ ਨਹੀਂ ਬਣਦਾ, ਲੈ ਵੀ ਨਹੀਂ ਹੁੰਦਾ, ਲੈ ਹੁੰਦਾ ਪਿਆ। ਠੀਕ ਹੈ। ਔਰ ਇਦਾਂ ਦੀ ਜਿਹੜੀ ਪੋਜੀਸ਼ਨ ਆਉਂਦੀ ਹੈ ਚੌਹਾਨ ਸਾਹਿਬ, ਉਹਨਾਂ ਦੀ ਆਉਂਦੀ ਹੈ ਜਿਨ੍ਹਾਂ ਦਾ ਸ਼ਨੀ ਚੌਥੇ ਘਰ ਦੇ ਵਿੱਚ ਹੁੰਦਾ, ਔਰ ਇਦਾਂ ਦਾ ਬੰਦਾ ਨਾ ਤਾਂ ਮਕਾਨ ਲੈ ਪਾਉਂਦਾ ਤੇ ਨਾ ਬਣਾ ਪਾਉਂਦਾ। ਔਰ ਇਦਾਂ ਦਾ ਬੰਦਾ ਜਿਹੜਾ ਜੇ ਮਕਾਨ ਲੈਣ ਦਾ ਇੱਕ ਸੰਕਲਪ ਕਰਦਾ ਤੇ ਉਹਨੂੰ ਆਪਣੀ ਵੋਟੀ, ਬੱਚਿਆਂ ਦੇ ਕਿਸੇ ਦੇ ਨਾਂ ਤੇ ਵੀ ਲੈ ਲੈਣਾ ਚਾਹੀਦਾ। ਮਤਲਬ ਆਪਣੇ ਉਹਨੂੰ ਫੈਮਿਲੀ ਮੈਂਬਰ ਦੇ ਨਾਲ ਹੀ ਲੈਣਾ ਚਾਹੀਦਾ, ਉਹਨੂੰ ਆਪਣੇ ਨਾਂ ਤੇ ਕੋਈ ਪ੍ਰਾਪਰਟੀ ਲੈਣੀ ਨਹੀਂ ਚਾਹੀਦੀ। ਔਰ ਇਦਾਂ ਦੇ ਬੰਦੇ ਕਿਸਮਤ ਦੇ ਬੜੇ ਧਨੀ ਹੁੰਦੇ, ਇਹਨਾਂ ਨੂੰ ਨਾਨਕਿਆ ਜਾਂ ਦਾਦਕਿਆ ਵੱਲੋਂ ਵੈਸੇ ਗਿਫਟ ਮਿਲ ਜਾਂਦੇ। ਪੈਰੈਂਟਲ ਪ੍ਰਾਪਰਟੀ, ਇਨਹੈਰੀਟਡ ਪ੍ਰਾਪਰਟੀ ਜਿਹੜੀ ਹੈ ਇਹਨਾਂ ਨੂੰ ਮਿਲ ਜਾਂਦੀ, ਇਹਨਾਂ ਨੂੰ ਬਣਾਉਣ ਦੀ ਲੋੜ ਹੀ ਨਹੀਂ ਪੈਂਦੀ। ਤੇ ਜੇ ਇਹਨਾਂ ਨੂੰ ਕਿਤੇ ਬਹੁਤ ਜ਼ਰੂਰੀ ਹੋਵੇ ਬਣਾਉਣਾ ਵੀ ਪਵੇ ਤੇ ਆਪਣੇ ਇਹਨਾਂ ਨੂੰ ਆਪਣੇ ਨਾਂ ਤੇ ਲੈ ਸਕਦੇ ਆ, ਬੱਚਿਆਂ ਦੇ ਨਾਂ ਤੇ, ਵਾਈਫ ਦੇ ਨਾਂ ਤੇ ਜਿਹੜਾ ਲੈਣਾ
ਔਰ ਉਹਨਾਂ ਲਈ ਬੱਚਿਆਂ ਦੀ ਜਦੋਂ ਲੈਣਾ ਹੈ, ਬੱਚਿਆਂ ਦਾ ਦੇਖਣਾ ਪੈਣਾ ਹੈ ਕਿ ਉਹ ਖਰੀਦਣ, ਪਲਾਟ ਲੈ ਕੇ ਬਣਾਉਣ ਜਾਂ ਨਵਾਂ ਬਣਾਉਣ। ਮਤਲਬ ਜੇ ਉਹ ਬੱਚੇ ਦੇ ਨਾਂ ਤੇ ਲੈਣ ਲੱਗੇ ਨੇ ਜਾਂ ਵਾਈਫ ਦੇ ਨਾਂ ਤੇ ਲੈਣ ਲੱਗੇ ਨੇ ਤਾਂ ਵਾਈਫ ਦੀਆਂ ਉਹ ਸਾਰੀਆਂ ਕੰਡੀਸ਼ਨ ਦੇਖਣ ਜਿਹੜੀਆਂ ਆਪਾਂ ਪਹਿਲਾਂ ਡਿਸਕਸ ਕੀਤੀਆਂ ਨੇ। ਤਾਂ ਕਿ ਬਿਲਕੁਲ ਚਲੋ ਕੋਈ ਹੋਰ ਤੁਹਾਡੇ ਦਿਮਾਗ 'ਚ ਕੋਈ ਗੱਲ ਹੋਵੇ। ਮੈਂ ਇੱਕ ਕੁਐਸਚਨ ਸੇ ਇਹਨੂੰ ਇਸ ਢੰਗ ਨਾਲ ਲੈਣ ਲੱਗਾ। ਕਰੋਨਾ ਵਾਇਰਸ ਤੇ ਬਹੁਤ ਮੈਸੇਜ ਨੇ, ਜਿੱਦਾਂ ਸਾਰੇ ਟੈਨਸ਼ਨ 'ਚ ਆ ਉਦਾਂ ਅਸੀਂ ਟੈਨਸ਼ਨ 'ਚ ਆ। ਇੱਕ ਗੁਰਜੀਤ ਕਾਲੇ ਸੰਗਿਆਂ ਤੋਂ, ਇਹਨਾਂ ਨੇ ਕਿਹਾ ਕਿ ਮੈਂ ਗੁਰਦੁਆਰਾ ਸਾਹਿਬ ਜਾਣਾ, ਪਾਠ ਸੁਣਦਾ। ਮੈਂ ਪਾਠ ਪਹਿਲਾਂ ਨਹੀਂ ਸੁਣਦਾ ਹੁੰਦਾ ਸੀ ਤੇ ਮੈਂ ਪਾਠ ਸੁਣਦਾ ਵੀ ਆ, ਉੱਥੇ 10 ਮਿੰਟ ਬਹਿਣਾ ਵੀ ਆ। ਅੱਜ ਕੱਲ੍ਹ ਮਾਹੌਲ ਦੇ ਮੁਤਾਬਕ ਬੈਠਿਆ ਨਹੀਂ ਜਾਂਦਾ। ਮੈਨੂੰ ਪੂਰਾ ਪਾਠ ਕਰਨਾ ਚਾਹੀਦਾ ਜਾਂ ਮੈਨੂੰ ਇਹ ਦੱਸੋ ਕਿ ਮੈਨੂੰ ਕਿਹੜਾ ਪਾਠ ਕਰਨਾ ਚਾਹੀਦਾ ਅੱਜ ਕੱਲ੍ਹ ਦੇ ਮਾਹੌਲ ਨੂੰ ਠੀਕ ਕਰਨ ਲਈ? ਬਹੁਤ ਸਪਸ਼ਟ ਮੈਂ ਇਹ ਕਲੀਅਰ ਕਰਦਾ, ਜਿਹੜੇ ਬਹੁਤ ਗਿਆਨੀ ਸ਼ਖਸ ਨੇ ਉਹ ਸਭ ਇਹ ਜਾਣਦੇ ਨੇ ਕਿ ਪਾਠ ਗੁਰਬਾਣੀ ਆਪਣੇ ਆਪ 'ਚ ਇੱਕ ਇੱਕ ਵਰਡ ਸ਼ਬਦ ਚਾਰਜ ਆ। ਜਿਹੜੇ ਸਾਡੇ ਹਿੰਦੂ ਧਰਮ ਦੇ ਮੰਤਰਸ ਨੇ ਉਹ ਚਾਰਜ ਨੇ, ਉਹਨਾਂ ਨੂੰ ਜਦੋਂ ਮਰਜ਼ੀ ਪੜ੍ਹਿਆ ਜਾ ਸਕਦਾ। ਪਰ ਬਹੁਤ ਜਿਹੜੇ ਬੱਚੇ ਨੇ ਸਾਡੇ, ਜਿਹੜੇ ਥੋੜੇ ਜਿਹੇ ਭੋਲੇ ਭਾਲੇ ਬੰਦੇ ਨੇ, ਬੀਬੇ ਬੰਦੇ ਨੇ, ਉਹ ਇਹ ਸਮਝਦੇ ਨੇ ਕਿ ਗੁਰਬਾਣੀ ਨੂੰ ਆਪਾਂ ਇੱਕ ਖਾਸ ਢੰਗ ਨਾਲ ਜਾਂ ਕੋਈ ਮੰਤਰ ਖਾਸ ਕਰੀਏ ਜਿਹਨਾਂ ਅਸੀਂ ਕਸ਼ਟਾਂ ਤੋਂ ਬਚ ਸਕੀਏ। ਤਾਂ ਗੁਰਬਾਣੀ ਬਾਰੇ ਜਿੰਨੀ ਕੁ ਮੈਨੂੰ ਸਮਝ ਆ, ਸ਼ਲੋਕ ਮਹਲਾ 9ਵਾਂ ਬਹੁਤ ਹੀ ਪਾਵਰਫੁਲ ਇਹ ਮੰਨਿਆ ਗਿਆ ਆ। ਮੈਂ ਜਿਨ੍ਹਾਂ ਗਿਆਨੀ ਪੁਰਸ਼ਾਂ ਨਾਲ ਜਾਂ ਉੱਚੀਆਂ ਰੂਹਾਂ ਨਾਲ ਸੰਗਤ ਕੀਤੀ ਆ, ਉਹਨਾਂ ਨੇ ਮੈਨੂੰ ਇਹ ਸਮਝਾਇਆ ਕਿ ਜਿਸ ਘਰ 'ਚ, ਜਿਸ ਰਸਨਾ 'ਚ ਜਿਹੜੀ ਜੀਵ ਸ਼ਲੋਕ ਮਹਲਾ 9ਵਾਂ 3 ਪੈਰ ਸਵੇਰੇ, ਦੁਪਹਿਰੇ ਤੇ ਸ਼ਾਮੀ ਜਪਦੀ ਆ, ਕੋਈ ਨੈਗੇਟਿਵ એનર્ਜੀ, ਚਾਹੇ ਉਹ ਹੈਲਥ ਹੋਵੇ, ਚਾਹੇ ਕਿਸੇ ਵੀ ਤਰ੍ਹਾਂ ਦੀਆਂ ਜੋਤਿਸ਼ ਬਹੁਤ ਨੈਗੇਟਿਵ એનર્ਜੀ ਬਾਰੇ ਗੱਲਾਂ ਨੇ, ਉਸ ਸ਼ਖਸ ਦੇ ਲਾਗੇ ਨਹੀਂ ਆ ਸਕਦੀ। ਤਾਂ ਗੁਰੂ ਜੀ ਮੇਰੀ ਇਹ ਸਲਾਹ ਆ ਕਾਲੇ ਸੰਘੇ ਤੋਂ ਕਿ ਤੁਸੀਂ ਸ਼ਲੋਕ ਮਹਲਾ 9ਵਾਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਬਦ ਨੇ, ਬਹੁਤ ਪਿਆਰੇ, ਬਹੁਤ ਰੂਹ ਨਾਲ ਸੁਣਨ ਵਾਲੇ, ਇੱਕ ਇੱਕ ਲਫ਼ਜ਼ ਤੁਹਾਡੇ ਅੰਦਰ ਉਤਰ ਜਾਏਗਾ। ਮੇਰੀ ਇਹ ਸਲਾਹ ਆ ਕਿ ਇੱਕਦਮ ਕਰਿਓ, ਇਹਨੂੰ ਸਟਾਰਟ ਕਰ ਦਈਓ, ਪਰ ਕਿਸੇ ਵੇਲੇ ਟਾਈਮ ਕੱਢ ਕੇ ਨਾ ਇਹਦੇ ਮੀਨਿੰਗ ਸਮਝ ਕੇ, ਇਹਦੇ ਅਰਥ ਸਮਝ ਕੇ ਕਰਿਓ। ਇਹ ਚੀਜ਼ ਤੁਹਾਡੇ ਅੰਦਰ ਲਿਥ ਜਾਊਗੀ, ਤੁਸੀਂ ਬਹੁਤ ਜਲਦੀ ਜੁੜ ਜਾਓਗੇ। ਥੋੜਾ ਜਿਹਾ ਇਹਦੇ ਬਾਰੇ ਇਹ ਧਿਆਨ ਰੱਖਣਾ ਹੁੰਦਾ ਕਿ ਜਦੋਂ ਆਪਾਂ ਰੂਟੀਨ 'ਚ ਗੁਰਬਾਣੀ ਪੜ੍ਹਦੇ ਆ, ਸਾਡੇ ਕੋਲ ਅੱਜ ਕੱਲ੍ਹ ਜੇ ਜ਼ਿਆਦਾ ਟਾਈਮ ਆ, ਗੁਰਬਾਣੀ ਕੋਈ ਵੀ ਪਵਿੱਤਰ ਗ੍ਰੰਥ ਜਿਹੜਾ ਆ, ਧਰਮ ਆ, ਕੋਈ ਮੰਤਰ ਆ, ਇਹਨੂੰ ਤਾਂ ਜਦੋਂ ਤੁਸੀਂ ਮਰਜ਼ੀ ਕਰ ਲਓ। ਪਰ ਜਿਹੜੀਆਂ ਵਿਧੀ ਬਣੀਆਂ ਨੇ ਉਹ ਇਹ ਨੇ ਕਿ ਤੁਸੀਂ 2 ਪਹਿਰ ਜਿਹੜੇ ਨੇ ਰਣਧੀਰ ਸਾਹਿਬ ਹਨੇਰੇ ਵੇਲੇ ਕਰਨੇ ਨੇ, ਲਾਈਕ ਅਰਲੀ ਮਾਰਨਿੰਗ ਜਾਂ ਲੇਟ ਨਾਈਟ ਸੌਣ ਲੱਗੇ ਆ। ਜਿਹੜਾ ਦੁਪਹਿਰ ਦਾ ਪਾਠ ਆ ਉਹ ਤੁਸੀਂ ਹਮੇਸ਼ਾ 3 ਤੋਂ 4 ਵਜੇ ਕਰਨਾ ਹੈ। ਅਗਰ ਤੁਹਾਡੇ ਕੋਲ ਅੱਜ ਕੱਲ੍ਹ ਖੁੱਲ੍ਹਾ ਟਾਈਮ ਆ ਤਾਂ ਮੇਰੀ ਰਾਏ ਆ ਕਿ 3 ਟਾਈਮ ਜ਼ਰੂਰ ਕਰੋ, ਨਹੀਂ ਤਾਂ ਮਾਰਨਿੰਗ ਸਵੇਰੇ ਉੱਠਦੇ ਆ ਪਹਿਲਾਂ ਹੀ ਕੰਮ ਕਰੋ, ਸ਼ਾਮ ਨੂੰ ਕਰੋ। ਜਦੋਂ ਤੁਸੀਂ ਵਾਸਤੂ ਆਪਾਂ ਮੰਦਿਰ ਦੀ ਗੱਲ ਕੀਤੀ ਸੀ, ਉਹ ਸਾਰੇ ਨੂੰ ਮੇਰੇ ਨੂੰ ਸੁਣਿਓ ਕਿ ਈਸਟ ਵੱਲ ਮੂੰਹ ਕਰਕੇ ਕਰਨਾ ਔਰ ਸੁੱਚਾ ਪਾਣੀ ਕੋਲ ਰੱਖ ਕੇ ਪਾਠ ਕਰਨਾ। ਜਦੋਂ ਤੁਸੀਂ ਪਾਠ ਕਰ ਲਓ ਉਸ ਵੇਲੇ ਉਸ ਪਾਣੀ ਨੂੰ ਛਿੜਕ ਦੇਣਾ ਕਮਰਿਆਂ ਦੇ ਵਿੱਚ, ਪਲਾਂਟਸ ਪਾ ਦੇਣਾ, ਬੂਟਿਆਂ 'ਚ ਪਾ ਦੇਣਾ, ਥੋੜਾ ਪ੍ਰਸ਼ਾਦ ਦੇ ਰੂਪ 'ਚ, ਅੰਮ੍ਰਿਤ ਦੇ ਰੂਪ 'ਚ ਚੂਲੀ ਭਰ ਕੇ ਲੈ ਸਕੋ। ਨਹੀਂ ਤਾਂ ਨਹੀਂ ਸਮਝ ਆਵੇ, ਜੇ ਤੁਸੀਂ ਪਾਣੀ ਜ਼ਿਆਦਾ ਰੱਖ ਲਓ ਤਾਂ ਘਰ ਦੇ ਵਿੱਚ ਜਿਹੜਾ ਵਾਟਰ ਪਿਊਰੀਫਾਈ ਲੱਗਾ ਉਹਦੇ 'ਚ ਪਾ ਦਿਓ, ਤਾਂ ਉਹ ਇੱਕ ਅੱਛਾ ਡਿਸਟ੍ਰੀਬਿਊਟ ਹੋ ਜਾਂਦਾ। ਉਹ ਮੈਨੂੰ ਲੱਗਦਾ ਕਿ ਜਿਹੜੇ ਬਾਣੀ ਨਾਲ ਨਵੇਂ ਜੁੜਦੇ ਬੰਦੇ ਨੇ, ਜਿਹੜੇ ਜੁੜਨਾ ਚਾਹੁੰਦੇ ਨੇ, ਸਮਝ ਨਹੀਂ ਆਉਂਦੀ, ਉਹਨਾਂ ਲਈ ਸ਼ਲੋਕ ਮਹਲਾ 9ਵਾਂ ਸਮਝ ਕੇ ਕਰਨਾ ਤਾਂ ਮਜ਼ਾ ਆ ਜਾਏ। ਬਿਲਕੁਲ ਨਹੀਂ ਤੇ ਜੇ ਆਪਾਂ ਮੰਤਰ ਜਾਪ ਦੀ ਗੱਲ ਕਰ ਲਈਏ ਤਾਂ ਸ਼ਿਵ, ਭੋਲੇ ਸ਼ੰਕਰ, ਮਹਾਕਾਲ, ਜਿਨ੍ਹਾਂ ਨੂੰ ਮਹਾਕਾਲ ਰਣਧੀਰ ਸਾਹਿਬ ਕਹਿਤਾ ਆ, ਉਹਨਾਂ ਸਾਹਮਣੇ ਕਿੱਥੇ ਮੌਤ ਨੇ ਜਿਹੜਾ ਆ ਉਹ ਟਿਕਣਾ, ਹਨਾ। ਤੇ ਉਹਨਾਂ ਦਾ ਮਹਾ ਮ੍ਰਿਤੰਜੇ ਜਾਪ, ਜੋਤਿਸ਼ ਦੀਆਂ ਜਿੰਨੀਆਂ ਵਿਧਾਵਾਂ ਮੈਂ ਅੱਜ ਤੱਕ ਸਟੱਡੀ ਕੀਤੀਆਂ ਨੇ, ਮਹਾ ਮ੍ਰਿਤੰਜੇ ਜਾਪ ਦਾ ਕੋਈ ਮੁਕਾਬਲਾ ਨਹੀਂ ਕਹਿ ਸਕਦੇ। ਹਰ ਮੰਤਰ ਸ਼ੁੱਧ ਆ, ਹਰ ਮੰਤਰ ਪਾਵਰਫੁਲ ਆ। ਜਿਹਨੇ ਵੀ ਜਿਸ ਮੰਤਰ ਨੂੰ ਪੜ੍ਹਿਆ, ਅੰਤਰ ਧਾਰ ਲਿਆ, ਉਹ ਲਈ ਉਹ ਪਵਿੱਤਰ ਹੋ ਗਿਆ। ਪਰ ਮਹਾ ਮ੍ਰਿਤੰਜੇ ਜਾਪ ਬਾਰੇ ਸ਼ਾਸਤਰਾਂ 'ਚ, ਵੇਦਾਂ 'ਚ ਲਿਖਿਆ ਕਿ ਇਹ ਮੌਤ ਨੂੰ ਵੀ ਟਾਲ ਦਿੰਦਾ ਆ। ਸੋ 108 ਦੀ ਮਾਲਾ ਅਗਰ ਤੁਸੀਂ ਕੱਚੀ ਲੱਸੀ ਸਰਾਣੇ ਰੱਖੇ, ਜਦੋਂ ਤੁਸੀਂ ਮਹਾ ਦਾ ਕਰਨਾ, ਸ਼ਿਵ ਪਰਿਵਾਰ ਦੀ ਮੂਰਤੀ ਜਾਂ ਸਨੈਪ ਮੋਰੇ ਰੱਖ ਕੇ, ਈਸਟ ਵੱਲ ਮੂੰਹ ਕਰਕੇ, ਚਿੱਟਾ ਆਸਨ ਵਿਛਾ ਕੇ 108 ਦੀ ਮਾਲਾ ਤੁਸੀਂ ਲਓ ਸਵੇਰੇ, 108 ਦੀ ਮਾਲਾ ਲਓ ਸ਼ਾਮੀ। ਇਹਨੂੰ ਵੀ ਅਗਰ ਤੁਸੀਂ, ਤੇ ਤੁਹਾਡੇ ਕੋਲ ਖੁੱਲ੍ਹਾ ਟਾਈਮ ਹੈਗਾ ਤਾਂ ਅਰਲੀ ਮਾਰਨਿੰਗ ਜਾਂ ਲੇਟ ਨਾਈਟ ਜਾਂ ਦੁਪਹਿਰ ਨੂੰ ਵੀ ਤੁਸੀਂ ਕਰ ਸਕਦੇ ਆ। ਔਰ ਉਹ ਕੱਚੀ ਲੱਸੀ ਨੂੰ ਪਲਾਂਟਸ ਪਾਇਆ ਜਾ ਸਕਦਾ, ਛਿੜਕਿਆ ਜਾ ਸਕਦਾ। ਸੋ ਇਸ ਤੋਂ ਜੇ ਇਹਨੂੰ ਇੱਕ ਪਾਰਟਿਕੂਲਰ ਜੋਤਿਸ਼ ਦੇ ਮੁਤਾਬਕ ਹੀ ਸਮਝਣਾ ਹੋਵੇ ਤਾਂ ਇਹ 2 ਚੀਜ਼ਾਂ ਜਿਹੜੀਆਂ ਨੇ, ਮੈਨੂੰ ਲੱਗਦਾ ਗੁਰਬਾਣੀ ਔਰ ਮਹਾ ਮ੍ਰਿਤੰਜੇ ਜਾਪ ਜਿਹੜਾ ਆ, ਇਸ ਤੋਂ ਉੱਪਰ ਚੀਜ਼ ਜਿਹੜੀ ਕੋਈ ਨਹੀਂ ਮੈਨੂੰ ਲੱਗਦੀ। ਸੋ ਰਣਧੀਰ ਸਾਹਿਬ, ਮਕਾਨ ਨਾਲ ਰਿਲੇਟਡ ਤੁਹਾਨੂੰ ਲੱਗਦਾ ਕਿ ਜਿਹੜਾ ਵੀ ਬੰਦਾ ਅੱਜ ਤੋਂ ਬਾਅਦ ਮਕਾਨ ਬਣਾਏਗਾ ਜਾਂ ਬਣਾਉਣਾ ਚਾਹੁੰਦਾ ਜਾਂ ਜੋਤਸ਼ੀ
ਜਾਂ ਲਰਨਰ ਪੰਡਤ ਤੋਂ ਜਾਂ ਕਿਸੇ ਤੋਂ ਪੁੱਛਣ ਨਹੀਂ ਜਾਂਦਾ। ਜੇ ਤੁਹਾਨੂੰ ਲੱਗਦਾ ਕਿ ਇਹਦੇ ਬਾਰੇ ਹੋਰ ਕੋਈ ਗੱਲ ਤੁਹਾਡੇ ਦਿਮਾਗ 'ਚ ਆਈ ਹੋਵੇ, ਤੁਹਾਨੂੰ ਲੱਗਦਾ ਕਿ ਆਪਾਂ ਅੱਜ ਸਾਰੀਆਂ ਚੀਜ਼ਾਂ ਕਵਰ ਕਰ ਲਈਆਂ, ਅੱਜ ਆਪਾਂ ਕੋਈ ਕੁਐਸਚਨਸ ਹੋਰ ਨਾ ਲਈਏ, ਅੱਜ ਦੇ ਸੈਸ਼ਨ ਨੂੰ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਅੱਜ ਦੇ ਸੈਸ਼ਨ ਨੂੰ ਪਾਰਟਿਕੂਲਰ ਮਕਾਨ ਦੀ ਉਸਾਰੀ ਨਾਲ ਸੰਬੰਧਿਤ ਪ੍ਰੋਬਲਮਾਂ ਬਾਰੇ ਆਪਾਂ ਗੱਲ ਕਰਾਂਗੇ। ਬਹੁਤ ਜਲਦੀ ਮਿਲਦੇ ਹਾਂ ਜੀ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪਿਆਰ ਭਰਿਆ ਨਮਸਕਾਰ।